ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 12 ਮਈ ਹੈ ਤੇ ਦਿਨ ਬੁੱਧਵਾਰ ਹੈ। ਅੱਜ ਦੇ ਦਿਨ 1710 ਦੇ ਵਿੱਚ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਹਕੂਮਤ ਖਿਲਾਫ ਚੱਪੜਚਿੜੀ ਦੇ ਮੈਦਾਨ 'ਚੋਂ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ। ਸੂਬਾ ਸਰਹੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ ਸੀ, ਉੱਥੇ ਹੀ ਵੱਖ-ਵੱਖ ਲੜਾਈਆਂ ਤੋਂ ਬਾਅਦ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕਰਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿੱਤੇ ਸੀ। ਤੇ 12 ਮਈ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਕਿਸਾਨ ਅੱਜ ਸਰਹੰਦ ਫਤਿਹ ਦਿਵਸ ਮਨਾਉਣਗੇ। ਪੰਜਾਬ ਤੋਂ ਅੱਜ ਵੀ ਦਿੱਲੀ ਲਈ ਕਿਸਾਨਾਂ ਦੇ ਜਥੇ ਰਵਾਨਾ ਹੋਣਗੇ ਅਤੇ ਮੋਰਚਿਆਂ ਦੇ ਉੱਤੇ ਸਿੰਘੂ ਟਿੱਕਰੀ ਮੋਰਚਿਆਂ ਦੇ ਉੱਤੇ ਅਤੇ ਗਾਜ਼ੀਪੁਰ ਮੋਰਚਿਆਂ ਦੇ ਉੱਤੇ ਸਰਹੰਦ ਫਤਿਹ ਦਿਵਸ ਕਿਸਾਨਾਂ ਦੇ ਵੱਲੋਂ ਮਨਾਇਆ ਜਾਵੇਗਾ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਨੇ। ਬੀਬੀਆਂ ਦੇ ਵੱਲੋਂ ਸੂਬੇ ਦੇ ਵਿੱਚ ਮੁਜ਼ਾਹਰੇ ਕੀਤੇ ਜਾ ਰਹੇ ਨੇ ਤੇ ਵੱਖ-ਵੱਖ ਥਾਈਂ ਜਜਪਾ ਤੇ ਭਾਜਪਾ ਦੇ ਬਾਈਕਾਟ ਦੇ ਵੀ ਪੋਸਟਰ ਲਾ ਦਿੱਤੇ ਗਏ ਨੇ। ਉਧਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਸਰਕਾਰ ਖਿਲਾਫ ਇਲਜ਼ਾਮ ਲਾਇਆ ਹੈ ਕਿ ਸੂਬਾ ਸਰਕਾਰ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲੱਗੀ ਹੈ। ਮਾਨ ਨੇ ਦੋਸ਼ ਲਾਇਆ ਕਿ ਭਾਰਤ ਮਾਲਾ ਯੋਜਨਾ ਦੇ ਅਧੀਨ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਦੀ ਉਸਾਰੀ ਲਈ ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਖੋਹ ਰਹੀ ਹੈ। ਸੂਬਾ ਸਰਕਾਰ ਨੇ ਐਕਸਪ੍ਰੈਸਵੇ ਅਧੀਨ ਆਉਂਦੀ ਪੰਜਾਬ ਦੀ ਜ਼ਮੀਨ ਦੇ ਪੈਸੇ ਧੱਕੇਸ਼ਾਹੀ ਨਾਲ ਕਿਸਾਨਾਂ ਦੇ ਖਾਤਿਆਂ ਵਿੱਚ ਪਾਉਣ ਦਾ ਨੋਟਿਸ ਹੁਣ ਜਾਰੀ ਕਰ ਦਿੱਤਾ ਹੈ। ਕਿਸਾਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਜ਼ਮੀਨ ਦੀ ਸਰਕਾਰੀ ਕੀਮਤ 60 ਦਿਨਾਂ ਦੇ ਅੰਦਰ ਨਾ ਲਈ ਤੇ ਜ਼ਮੀਨ ਦਾ ਕਬਜ਼ਾ ਨਾ ਦਿੱਤਾ ਤਾਂ ਪੰਜਾਬ ਪੁਲਿਸ ਦੀ ਮਦਦ ਨਾਲ ਜ਼ਮੀਨ ਤੇ ਕਬਜ਼ਾ ਕੀਤਾ ਜਾਵੇਗਾ। ਇਹ ਹੋ ਰਿਹਾ ਹੈ ਪੰਜਾਬ ਦੇ ਵਿੱਚ, ਜਿਸ ਦਾ ਖੁਲਾਸਾ ਭਗਵੰਤ ਮਾਨ ਨੇ ਕੀਤਾ ਹੈ। ਤੇ ਪੰਜਾਬ ਸਰਕਾਰ ਨੇ ਹੜਤਾਲ ਕਾਰਨ ਬਰਖਾਸਤ ਕੀਤੇ ਐਨਐਚਐਮ ਮੁਲਾਜ਼ਮ ਬਹਾਲ ਕਰ ਦਿੱਤੇ ਨੇ। 10,000 ਤੋਂ ਵੱਧ ਮੁਲਾਜ਼ਮਾਂ ਨੇ ਮੁੜ ਡਿਊਟੀਆਂ ਸੰਭਾਲ ਲਈਆਂ ਨੇ, ਪਰ ਕੈਪਟਨ ਸਾਹਿਬ ਨੇ ਸੰਗੀ ਕਿਵੇਂ ਨੱਪੀ ਹੈ, ਇਹ ਤੁਹਾਨੂੰ ਖਬਰਾਂ ਦੇ ਵਿਸਥਾਰ ਦੇ ਵਿੱਚ ਦੱਸਾਂਗੇ। ਕਰੋਨਾ ਦੀ ਗੱਲ ਕਰ ਲਈਏ ਤਾਂ ਭਾਰਤੀ ਸਿਹਤ ਮੰਤਰਾਲੇ ਨੇ ਦੇਸ਼ ਦੇ ਵਿੱਚ ਦੂਸਰੀ ਲਹਿਰ ਮੱਠੀ ਪੈਣ ਦਾ ਦਾਅਵਾ ਕੀਤਾ ਹੈ। ਕਿਹਾ ਕਿ ਨਵੇਂ ਕੇਸ ਤੇ ਮੌਤ ਦਰ ਘਟੀ ਹੈ। ਸੂਬਿਆਂ ਨੂੰ ਵੈਕਸੀਨ ਨਿਰਮਾਤਾਵਾਂ ਦੇ ਨਾਲ ਤਾਲਮੇਲ ਕਰਨ ਦੇ ਲਈ 2 ਜਾਂ 3 ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ। ਕੇਂਦਰੀ ਸਿਹਤ ਸਕੱਤਰ ਨੇ ਕੋਵਿਡ ਪ੍ਰਬੰਧਨ ਦੀ ਸਮੀਖਿਆ ਲਈ ਸੂਬਿਆਂ ਦੇ ਨਾਲ ਕੱਲ੍ਹ ਬੈਠਕ ਕੀਤੀ। ਹਾਲਾਂਕਿ ਸਿਹਤ ਮੰਤਰਾਲੇ ਨੇ ਇਹ ਜ਼ਰੂਰ ਕਿਹਾ ਕਿ ਪੰਜਾਬ ਸਣੇ 16 ਸੂਬਿਆਂ ਦੇ ਵਿੱਚ ਕੇਸ ਲਗਾਤਾਰ ਵੱਧ ਰਹੇ ਨੇ, ਪਰ ਜਿਹੜੀ ਟੋਟਲ ਦੇਖ ਲਈਏ ਉਹਦੇ ਵਿੱਚ ਘਾਟਾ ਹੋਇਆ ਟੋਟਲ ਕੇਸਾਂ ਤੇ ਮੌਤ ਦਰ ਦੇ ਵਿੱਚ। ਅਮਰੀਕੀ ਵਿਗਿਆਨੀਆਂ ਨੇ ਇੱਕ ਨਵੀਂ ਵੈਕਸੀਨ ਵਿਕਸਿਤ ਕਰਨ ਦਾ ਦਾਅਵਾ ਕੀਤਾ ਜੋ ਕੋਰੋਨਾ ਵਾਇਰਸ ਦੇ ਅਸਲ ਰੂਪ SARS-CoV-2 ਸਮੇਤ ਇਸ ਦੀਆਂ ਦੱਖਣੀ ਅਫਰੀਕਾ, ਯੂਕੇ ਤੇ ਬ੍ਰਾਜ਼ੀਲੀ ਕਿਸਮਾਂ ਤੋਂ ਇਲਾਵਾ ਚਮਗਿੱਦੜਾਂ ਨਾਲ ਜੁੜੇ ਕੋਰੋਨਾ ਵਾਇਰਸ ਜੋ ਸ਼ਾਇਦ ਅਗਲੀ ਮਹਾਮਾਰੀ ਦਾ ਕਾਰਨ ਹੋ ਸਕਦੇ ਨੇ, ਉਹਨਾਂ ਦੇ ਖਿਲਾਫ ਵੀ ਅਸਰਦਾਰ ਸਾਬਿਤ ਹੋਇਆ ਹੈ। ਇਸ ਨਵੀਂ ਵੈਕਸੀਨ, ਜਿਸ ਨੂੰ ਪੈਨ ਕੋਰੋਨਾ ਵਾਇਰਸ ਵੈਕਸੀਨ ਦਾ ਨਾਮ ਦਿੱਤਾ ਗਿਆ, ਬਾਂਦਰਾਂ ਤੇ ਚੂਹਿਆਂ ਤੋਂ ਪੈਦਾ ਹੋਣ ਵਾਲੇ ਵਾਇਰਸ ਖਿਲਾਫ ਵੀ ਅਸਰਦਾਰ ਦੱਸੇ ਜਾਣ ਦਾ ਦਾਅਵਾ ਕੀਤਾ ਹੈ ਅਮਰੀਕਾ ਨੇ। ਆਂਧਰਾ ਪ੍ਰਦੇਸ਼ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ 11 ਮਰੀਜ਼ਾਂ ਦੀ ਮੌਤ ਹੋ ਗਈ ਹੈ ਤੇ ਕਰੋਨਾ ਨੇ ਪੰਜਾਬ ਤੇ ਹਰਿਆਣਾ ਦੇ ਪਿੰਡਾਂ ਵਿੱਚ ਪੈਰ ਪਸਾਰ ਲਏ ਨੇ। ਸੂਬਾ ਸਰਕਾਰਾਂ ਦੇ ਵੱਲੋਂ ਪਿੰਡਾਂ ਵਿੱਚ ਸਕਰੀਨਿੰਗ ਤੇ ਟੈਸਟਿੰਗ ਦਾ ਘੇਰਾ ਵਧਾਉਣ ਦਾ ਐਲਾਨ ਕੀਤਾ ਗਿਆ, ਪਰ ਹਕੀਕਤ ਦੇ ਵਿੱਚ ਨਹੀਂ ਹੋ ਰਹੀ। ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਕਰੋਨਾ ਕਰਕੇ ਮੌਤ ਦਰ 2.7% ਹੋ ਗਈ ਹੈ। ਮਾਲਵਾ ਖੇਤਰ ਦੇ ਪਿੰਡਾਂ ਨੂੰ ਵੱਡੀ ਮਾਰ ਪਈ ਹੈ। ਕਰੋਨਾ ਮਹਾਮਾਰੀ ਦੀ ਵੱਡੀ ਮਾਰ ਨਾਲ ਹਰਿਆਣਾ ਦੇ ਵਿੱਚ 8,000 ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਨੇ, ਪਰ ਪੰਜਾਬ ਦੇ ਵਿੱਚ ਅਜਿਹਾ ਕੋਈ ਐਲਾਨ ਨਹੀਂ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਕੇਸ ਸਾਹਮਣੇ ਆ ਰਹੇ ਨੇ ਤੇ ਮੌਤਾਂ ਵੀ ਹੋ ਰਹੀਆਂ ਨੇ। ਬਿਹਾਰ ਤੋਂ ਬਾਅਦ ਹੁਣ ਗਾਜ਼ੀਪੁਰ ਨੇੜੇ ਵੀ ਗੰਗਾ ਦੇ ਵਿੱਚੋਂ ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਨੇ। ਮਰੀਜ਼ਾਂ ਦੀਆਂ ਅਣਪਛਾਤੀਆਂ ਲਾਸ਼ਾਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਸੰਬੰਧੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਟਰੋਲ 27 ਪੈਸੇ ਤੇ ਡੀਜ਼ਲ 30 ਪੈਸੇ ਹੋਰ ਮਹਿੰਗਾ ਹੋ ਗਿਆ ਹੈ। ਪੰਜਾਬ 'ਚ ਝੋਨੇ ਦੀ ਲਵਾਈ 10 ਜੂਨ ਤੋਂ ਸ਼ੁਰੂ ਹੋਏਗੀ, ਪਰ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਕਾਰਨ ਇਸ ਵਾਰ ਵੀ ਦਿੱਕਤ ਆਉਣ ਦਾ ਪੂਰਾ ਖਦਸ਼ਾ ਹੈ। ਕਿਸਾਨ ਘੋਲ ਤੇ ਵੀ ਇਹ ਫੈਸਲਾ ਭਾਰੂ ਪੈ ਸਕਦਾ ਹੈ, ਕਿਉਂਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਖੁਦ ਮੋਰਚਿਆਂ ਦੇ ਵਿੱਚੋਂ ਮੁੜਨਾ ਪਵੇਗਾ। ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਅੱਧ ਵਿਚਕਾਰ ਰੁਕ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਨੂੰ ਵੀ ਪੰਜਾਬ ਸਰਕਾਰ ਨੇ ਟੇਢੇ ਢੰਗ ਨਾਲ ਵਿਚਕਾਰ ਹੀ ਛੱਡ ਦਿੱਤਾ ਹੈ। ਪੰਜਾਬ ਸਰਕਾਰ ਦੇ ਵੱਲੋਂ 7 ਮਈ ਨੂੰ ADGP LK ਯਾਦਵ ਦੀ ਅਗਵਾਈ 'ਚ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕੋਟਕਪੂਰਾ ਗੋਲੀਕਾਂਡ ਸੰਬੰਧੀ ਦਰਜ ਹੋਈ FIR 129 ਤੇ 192 14 ਅਕਤੂਬਰ 2015 ਦੀ ਪੜਤਾਲ ਕਰੇਗੀ। ਇਸ ਤੋਂ ਪਹਿਲਾਂ ਕੁੰਵਰ ਵਿਜੇ ਪ੍ਰਤਾਪ ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਕਰ ਰਹੇ ਸੀ, ਪਰ ਹਾਈ ਕੋਰਟ ਵੱਲੋਂ ਉਹਨਾਂ ਖਿਲਾਫ ਪੱਖਪਾਤੀ ਟਿੱਪਣੀਆਂ ਉਪਰੰਤ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਸ ਵਕਤ ਬਹਿਬਲ ਕਲਾਂ ਗੋਲੀਕਾਂਡ ਦੀ ਪੜਤਾਲ ਕਿਸੇ ਵੀ ਅਧਿਕਾਰੀ ਦੇ ਹੱਥ ਵਿੱਚ ਨਹੀਂ ਹੈ ਤੇ ਇਸ ਮਾਮਲੇ ਦੀ ਬਕਾਇਆ ਰਹਿੰਦੀ ਪੜਤਾਲ ਲਈ
ਕੋਈ ਨਵਾਂ ਜਾਂਚ ਅਧਿਕਾਰੀ ਨਿਯੁਕਤ ਨਹੀਂ ਕੀਤਾ ਗਿਆ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਅਸਤੀਫੇ ਤੋਂ ਪਹਿਲਾਂ ਗ੍ਰਹਿ ਵਿਭਾਗ ਨੂੰ ਚਿੱਠੀ ਲਿਖੀ ਸੀ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਬਾਬਲ ਕਲਾਂ ਗੋਲੀकांड ਵਿੱਚ ਇੱਕ ਚਲਾਨ ਹੋਰ ਦਿੱਤਾ ਜਾਣਾ ਹੈ। ਇਸ ਵਿੱਚ ਪੰਜਾਬ ਦੇ ਕੁਝ ਸਿਆਸੀ ਲੀਡਰਾਂ ਦੇ ਨਾਮ ਬੋਲਦੇ ਸੀ, ਪਰ ਹੁਣ ਇਸ ਮਾਮਲੇ ਦੀ ਚੁੱਪ-ਚਪੀਤੇ ਪੜਤਾਲ ਹੀ ਬੰਦ ਹੋ ਗਈ ਹੈ। ਬਾਬਲ ਕਲਾਂ ਗੋਲੀकांड ਵਿੱਚ ਜਾਂਚ ਟੀਮ ਨੇ 16 ਫਰਵਰੀ ਨੂੰ ਆਖਰੀ ਚਲਾਨ ਪੇਸ਼ ਕੀਤਾ ਸੀ ਤੇ ਦਾਅਵਾ ਕੀਤਾ ਸੀ ਕਿ 5ਵਾਂ ਚਲਾਨ ਕਿਸੇ ਵੀ ਵੇਲੇ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਬਾਬਲ ਕਲਾਂ ਗੋਲੀकांड ਵਿੱਚ ਜਾਂਚ ਟੀਮ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਬਰਾ ਨੰਗਲ ਸਮੇਤ 7 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ। ਚਾਰਜ ਸ਼ੀਟ ਨੂੰ ਵੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ, ਜਿਸ ਤੇ 13 ਮਈ ਨੂੰ ਕੋਈ ਫੈਸਲਾ ਆਉਣ ਦੀ ਸੰਭਾਵਨਾ ਹੈ। ਨਵਜੋਤ ਸਿੰਘ ਸਿੱਧੂ ਨੇ ਕੋਟਕਪੂਰਾ ਗੋਲੀकांड ਦੇ ਮੁੱਦੇ ਤੇ ਇਨਸਾਫ ਨਾ ਦੇਣ ਦੇ ਮਾਮਲੇ ਵਿੱਚ ਮੁੜ ਟਵੀਟ ਕੀਤਾ ਹੈ। ਪੰਜਾਬ ਕਾਂਗਰਸ ਦੇ ਵਿੱਚ ਜੋ ਬਾਗੀ ਸੁਰਾਂ ਉੱਠ ਰਹੀਆਂ ਨੇ, ਉਸ ਦਰਮਿਆਨ ਹੁਣ ਇੱਕ ਹੋਰ ਬੈਠਕ ਹੋਈ ਹੈ। ਚਰਨਜੀਤ ਸਿੰਘ ਚੰਨੀ ਦੀ ਦਲਿਤ ਵਿਧਾਇਕਾਂ ਦੇ ਨਾਲ ਬੈਠਕ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਹੈ। ਸੋਨੀਆ ਤੇ ਕੈਪਟਨ ਤੋਂ ਵੀ ਇਹਨਾਂ ਨੇ ਮੀਟਿੰਗ ਦੇ ਲਈ ਸਮਾਂ ਮੰਗਿਆ ਹੈ। ਹਾਲਾਂਕਿ ਚੰਨੀ ਤੇ ਵੇਰਕਾ ਨੇ ਮੀਟਿੰਗ ਦੇ ਵਿੱਚ ਸਿਰਫ ਦਲਿਤਾਂ ਦੇ ਮਸਲੇ ਵਿਚਾਰੇ ਜਾਣ ਦਾ ਦਾਅਵਾ ਕੀਤਾ ਹੈ। ਮੀਟਿੰਗ ਦੇ ਵਿੱਚ 30 ਦੇ ਕਰੀਬ ਵਿਧਾਇਕ ਸ਼ਾਮਲ ਹੋਣ ਦੀਆਂ ਰਿਪੋਰਟਾਂ ਮਿਲੀਆਂ ਨੇ। ਅਮਰੀਕਾ ਦੇ ਵਾਸ਼ਿੰਗਟਨ ਡੀਸੀ ਹਵਾਈ ਅੱਡੇ ਤੇ ਇੱਕ ਭਾਰਤੀ ਵਿਅਕਤੀ ਦੇ ਬੈਗ ਵਿੱਚੋਂ 2 ਪਾਥੀਆਂ ਮਿਲੀਆਂ ਨੇ। ਕਿਉਂ ਲੈ ਕੇ ਗਿਆ ਸੀ, ਇਸ ਬਾਰੇ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ। ਖਮਾਣੋਂ ਦੇ ਵਿੱਚ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਵਿੱਚ 3 ਨੌਜਵਾਨਾਂ ਦੀ ਮੌਤ ਹੋ ਗਈ ਹੈ। ਸ਼ਰਾਬ ਦਾ ਭਰਿਆ ਟਰੱਕ ਗਲਤ ਸਾਈਡ ਤੋਂ ਆ ਰਿਹਾ ਸੀ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਪਰ 3 ਨੌਜਵਾਨਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਮੰਗਾਂ ਨਾ ਮੰਨੀਆਂ ਜਾਣ ਦੇ ਰੋਸ ਵਜੋਂ ਪੰਜਾਬ ਭਰ ਦੇ ਪਟਵਾਰੀਆਂ ਨੇ ਅੱਜ ਅਤੇ ਕੱਲ 12 ਤੇ 13 ਮਈ ਨੂੰ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਅੱਗੇ ਸਰਕਾਰੀ ਛੁੱਟੀਆਂ ਹੋਣ ਕਾਰਨ ਦਫ਼ਤਰਾਂ ਦਾ ਕੰਮ 16 ਮਈ ਤੱਕ ਹੁਣ ਬੰਦ ਰਹੇਗਾ। ਪਾਵਰਕਾਮ ਨੇ ਹੁਣ ਪੰਜਾਬ ਦੇ ਡਿਫਾਲਟਰ ਖਪਤਕਾਰਾਂ ਤੇ ਸ਼ਿਕੰਜਾ ਕੱਸਿਆ ਹੈ। ਅਰਧ ਸ਼ਹਿਰੀ ਤੇ ਸ਼ਹਿਰੀ ਇਲਾਕੇ ਦੇ ਡਿਫਾਲਟਰਾਂ ਦੇ ਕਨੈਕਸ਼ਨ ਕੱਟਣ ਦੀ ਚੇਤਾਵਨੀ ਦਿੱਤੀ ਹੈ, ਬਕਾਇਆ ਉਗਰਾਹੀ ਇਕੱਠੀ ਕਰਨ ਦੇ ਲਈ। ਸੋ ਪੰਜਾਬ ਦੇ ਵਿੱਚ ਜਿਸਨੇ ਵੀ ਬਿਜਲੀ ਦਾ ਬਿੱਲ ਹਾਲੇ ਤੱਕ ਨਹੀਂ ਭਰਿਆ ਜਾਂ ਬਕਾਇਆ ਚੱਲ ਰਿਹਾ ਹੈ, ਉਹਨਾਂ ਨੂੰ ਮਸਲਾ ਜ਼ਰੂਰ ਸੁਲਝਾ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਕੇਅਰ ਫੰਡ ਦੇ ਰਾਹੀਂ ਜਿਹੜੇ ਵੈਂਟੀਲੇਟਰ ਆਏ ਨੇ, ਉਹ ਸਾਹ ਹੀ ਨਹੀਂ ਲੈਂਦੇ। 4 ਮਹੀਨਿਆਂ ਬਾਅਦ ਵੀ ਵੈਂਟੀਲੇਟਰ ਠੀਕ ਨਹੀਂ ਕਰਵਾਏ ਗਏ। ਕਰੋਨਾ ਦੇ ਮਰੀਜ਼ਾਂ ਲਈ 450 ਬੈੱਡਾਂ ਦਾ ਵਿਸ਼ੇਸ਼ ਵਾਰਡ ਵੀ ਤਿਆਰ ਕਰ ਦਿੱਤਾ ਹੈ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ। ਤੇ ਇੱਥੇ 73 ਵੈਂਟੀਲੇਟਰ ਆਏ ਸੀ, ਪਰ ਪਿਛਲੇ 4 ਮਹੀਨਿਆਂ ਤੋਂ ਖਰਾਬ ਪਏ ਨੇ, ਜਿਨ੍ਹਾਂ ਨੂੰ ਮੈਡੀਕਲ ਪ੍ਰਸ਼ਾਸਨ ਨੇ ਹਾਲੇ ਤੱਕ ਠੀਕ ਕਰਵਾਉਣ ਦੀ ਵੀ ਮਨਜ਼ੂਰੀ ਨਹੀਂ ਦਿੱਤੀ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਕਿਹਾ ਕਿ ਜਿਹੜੇ ਵੈਂਟੀਲੇਟਰ ਭਾਰਤ ਸਰਕਾਰ ਨੇ ਮੁਹੱਈਆ ਕਰਵਾਏ ਨੇ, ਉਹ ਮਾੜੀ ਕਿਸਮ ਦੇ ਹਨ ਤੇ ਵਰਤੋਂ ਦੌਰਾਨ ਇਹਨਾਂ ਵਿੱਚ ਨੁਕਸ ਪੈ ਜਾਂਦਾ ਸੀ ਤੇ ਇਹ ਸਾਰੇ ਵੈਂਟੀਲੇਟਰ ਹੁਣ ਫਾਲਤੂ ਸੁੱਟੇ ਪਏ ਨੇ। ਅੰਮ੍ਰਿਤਸਰ ਦੇ ਵਿੱਚ ਮੌਤ ਦਰ ਵਧਣ ਕਾਰਨ ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਘਟ ਗਈ ਹੈ। ਪ੍ਰਬੰਧਕਾਂ ਨੇ ਸੰਸਕਾਰ ਦੇ ਅਗਲੇ ਦਿਨ ਹੀ ਲੋਕਾਂ ਨੂੰ ਅਸਥੀਆਂ ਇਕੱਠੀਆਂ ਕਰਨ ਦੀ ਅਪੀਲ ਕੀਤੀ ਹੈ। ਅਮਿਤਾਭ ਬੱਚਨ ਦੇ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਬਣਾਏ ਗਏ ਕੋਵਿਡ ਕੇਅਰ ਸੈਂਟਰ ਦੇ ਲਈ ਦਾਨ ਕੀਤੇ ਗਏ 2 ਕਰੋੜ ਰੁਪਏ ਸਿੱਖ ਭਾਈਚਾਰੇ ਨੂੰ ਮਨਜ਼ੂਰ ਨਹੀਂ ਹਨ। ਜਿੱਥੇ ਸਿੱਖ ਜਥੇਬੰਦੀਆਂ ਇਸ ਨੂੰ ਵਾਪਸ ਕਰਨ ਦੀ ਮੰਗ ਕਰ ਰਹੀਆਂ ਨੇ, ਉੱਥੇ ਹੀ ਦਿੱਲੀ ਸਿੱਖ ਕਤਲੇਆਮ ਦੇ ਜਿਹੜੇ ਪੀੜਤ ਲੋਕ ਹੈਗੇ ਨੇ, ਉਹ ਵੀ ਭੜਕ ਗਏ ਨੇ। ਉਹਨਾਂ ਨੇ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਕੀਤੀ ਹੈ। ਸੀਬੀਐਸਈ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰੋਨਾ ਕਾਰਨ ਰੱਦ ਕਰਨ ਦੀ ਮੰਗ ਨੇ ਹੁਣ ਜ਼ੋਰ ਫੜ ਲਿਆ ਹੈ। ਪਾੜਿਆਂ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਪ੍ਰੀਖਿਆ ਰੱਦ ਕਰਵਾਉਣ ਦੇ ਲਈ। ਵਿਦਿਆਰਥੀਆਂ ਤੇ ਮਾਪਿਆਂ ਨੇ ਸੋਸ਼ਲ ਮੀਡੀਆ ਤੇ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਰੱਦ ਕਰਨ ਦੀ ਮੁਹਿੰਮ ਹੈ ਜਿਹੜੀ ਉਹ ਚਲਾਈ ਹੈ। ਇਸ ਮੁਹਿੰਮ ਨਾਲ ਹੁਣ ਤੱਕ 80,000 ਵਿਦਿਆਰਥੀ ਜੁੜ ਚੁੱਕੇ ਨੇ। ਤਰਕ ਦੇ ਰਹੇ ਨੇ ਕਿ ਕਰੋਨਾ ਦੇ ਲਗਾਤਾਰ ਵੱਧ ਰਹੇ ਕੇਸਾਂ ਕਾਰਨ ਸਾਡੀ ਜ਼ਿੰਦਗੀ ਨੂੰ ਦਾਅ ਤੇ ਨਾ ਲਾਇਆ ਜਾਵੇ। ਪੇਪਰ 12ਵੀਂ ਦੇ ਵੀ 10ਵੀਂ ਵਾਂਗੂ ਰੱਦ ਕੀਤੇ ਜਾਣ। ਸੀਬੀਐਸਈ ਨੇ ਸਪਸ਼ਟ ਕੀਤਾ ਕਿ ਇਸ ਸੰਬੰਧੀ ਫੈਸਲਾ 1 ਜੂਨ ਨੂੰ ਹੀ ਲਿਆ ਜਾਵੇਗਾ। ਵਿਦਿਆਰਥੀਆਂ ਨੇ #SaveBoardStudents ਮੁਹਿੰਮ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਚਲਾਈ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮੀਂਹ ਪੈਣ ਕਾਰਨ ਮੰਡੀਆਂ ਦੇ ਵਿੱਚ ਪਈ ਕਣਕ ਭਿੱਜ ਗਈ ਹੈ। ਮਜ਼ਦੂਰਾਂ ਦੀ ਹੜਤਾਲ ਤੇ ਬਾਰਦਾਨੇ ਦੀ ਘਾਟ ਨੇ ਦਿੱਕਤਾਂ ਵਧਾ ਦਿੱਤੀਆਂ ਨੇ। ਪੰਜਾਬ ਸਰਕਾਰ ਨੂੰ ਹੁਣ ਕਣਕ ਗਿੱਲੀ ਹੋਣ ਕਾਰਨ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਅੱਜ ਦੇ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਅਹਿਮ ਖਬਰਾਂ ਦੀ ਜਾਣਕਾਰੀ ਤੁਹਾਨੂੰ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਪੰਜਾਬ ਦੇ ਸਿਹਤ ਕਾਮਿਆਂ ਦੇ ਨਾਲ ਜੁੜੀ ਹੋਈ। ਉਹ ਸਿਹਤ ਕਾਮੇ ਜਿਨ੍ਹਾਂ ਨੂੰ NHM ਮੁਲਾਜ਼ਮ ਕਿਹਾ ਜਾਂਦਾ ਹੈ, ਜੋ ਕੇਂਦਰ ਸਰਕਾਰ ਦੇ ਸਕੀਮ ਦੇ ਤਹਿਤ ਭਰਤੀ ਕੀਤੇ ਜਾਂਦੇ ਨੇ, ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਨੇ ਕਿਉਂਕਿ ਉਹਨਾਂ ਨੂੰ ਮੰਗਾਂ ਦੇ ਮੁਤਾਬਿਕ, ਹੱਕਾਂ ਦੇ ਮੁਤਾਬਿਕ ਉਹ ਮਿਹਨਤਾਨਾ ਨਹੀਂ ਮਿਲ ਰਿਹਾ, ਉਹ ਸਹੂਲਤਾਂ ਨਹੀਂ ਮਿਲ ਰਹੀਆਂ ਜਿਹੜੀਆਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਖਬਰ ਤਾਜ਼ਾ ਇਹ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ NHM ਯਾਨੀ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਵੱਡੀ ਗਿਣਤੀ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਨੌਕਰੀਆਂ ਤੋਂ ਕੱਢਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਹੁਣ ਉਹਨਾਂ ਨੂੰ ਮੁੜ ਡਿਊਟੀ ਤੇ ਹਾਜ਼ਰ ਹੋਣ ਦਾ ਇੱਕ ਨਵਾਂ ਮੌਕਾ ਦਿੱਤਾ ਗਿਆ ਹੈ। ਡਾਇਰੈਕਟਰ ਦੇ ਵੱਲੋਂ ਜਾਰੀ ਚਿੱਠੀ ਦੇ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਲਿਖਿਆ ਗਿਆ ਕਿ ਕਈ ਜ਼ਿਲ੍ਹਿਆਂ ਤੋਂ ਹਾਸਲ ਜਾਣਕਾਰੀ ਦੇ ਮੁਤਾਬਿਕ ਇਹ ਕਰਮਚਾਰੀ ਹੜਤਾਲ ਖਤਮ ਕਰਕੇ ਵਾਪਸ ਡਿਊਟੀ ਜੁਆਇਨ ਕਰਨਾ ਚਾਹੁੰਦੇ ਨੇ ਤੇ ਉਹਨਾਂ ਵੱਲੋਂ ਸੰਬੰਧਿਤ ਸਿਵਲ ਸਰਜਨ ਤੇ ਸੀਨੀਅਰ ਮੈਡੀਕਲ ਅਫਸਰਾਂ ਮੂਹਰੇ
ਆਪਣੇ ਹਾਜ਼ਰ ਹੋਣ ਦੀਆਂ ਪੇਸ਼ਕਸ਼ਾਂ ਵੀ ਕਰ ਦਿੱਤੀਆਂ ਗਈਆਂ ਨੇ। ਚਿੱਠੀ ਮੁਤਾਬਿਕ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਹੜਤਾਲ ਤੇ ਗਏ ਕਰਮਚਾਰੀਆਂ ਨੂੰ ਆਖਰੀ ਮੌਕਾ ਦਿੰਦੇ ਹੋਏ 11 ਮਈ ਨੂੰ ਯਾਨੀ ਕਿ ਮੰਗਲਵਾਰ ਨੂੰ ਹੜਤਾਲ ਖਤਮ ਕਰਕੇ ਡਿਊਟੀ ਤੇ ਜੁਆਇਨ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਹਨਾਂ ਕਰਮਚਾਰੀਆਂ ਤੋਂ ਡਿਊਟੀ ਤੇ ਜੁਆਇਨ ਕਰਨ ਸਮੇਂ ਇਹ ਸਵੈ ਘੋਸ਼ਣਾ ਵੀ ਲਈ ਜਾਏਗੀ, ਯਾਨੀ ਕਿ ਐਫੀਡੇਵਿਟ ਉਹਨਾਂ ਤੋਂ ਲਿਆ ਜਾਏਗਾ ਲਿਖਤੀ ਕਿ ਭਵਿੱਖ ਦੇ ਵਿੱਚ ਇਹ ਕਰਮਚਾਰੀ ਹੜਤਾਲ ਤੇ ਨਹੀਂ ਜਾਣਗੇ ਜਾਂ ਫਿਰ ਹੜਤਾਲ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਜੇ ਕੋਈ ਵੀ ਕਰਮਚਾਰੀ ਭਲਕੇ ਯਾਨੀ ਕਿ 12 ਮਈ ਦੀ ਹੜਤਾਲ ਦੇ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਜਾਣ। ਯਾਨੀ ਕਿ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਆਪਣੇ ਤਾਨਾਸ਼ਾਹੀ ਫੈਸਲੇ ਦੇ ਵਿੱਚ NHM ਮੁਲਾਜ਼ਮਾਂ ਨੂੰ ਘੇਰ ਲਿਆ ਹੈ। ਪਹਿਲਾਂ ਇਹ ਜਿਹੜਾ ਫੈਸਲਾ ਕੀਤਾ ਸੀ ਕਿ ਜੇ ਤੁਸੀਂ 10 ਮਈ ਤੱਕ ਜਿਹੜਾ ਆਪਣੀਆਂ ਸੇਵਾਵਾਂ ਤੇ ਵਾਪਸ ਨਾ ਆਏ ਹੜਤਾਲ ਕਰਕੇ ਤਾਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਜਾਏਗਾ। ਸਰਕਾਰ ਨੇ ਕੀਤਾ ਵੀ ਅਜਿਹਾ। ਹੜਤਾਲ ਉਹਨਾਂ ਦੀ 10 ਮਈ ਨੂੰ ਵੀ ਜਾਰੀ ਰਹੀ ਤਾਂ ਪੰਜਾਬ ਸਰਕਾਰ ਨੇ ਨੌਕਰੀਆਂ ਤੋਂ ਕੱਢ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਸੀ ਕਿ ਪੰਜਾਬ ਦੇ ਸਾਰੇ ਸਿਵਲ ਸਰਜਨ ਹੈਗੇ ਨੇ ਜਿਹੜੇ ਇਹਨਾਂ NHM ਮੁਲਾਜ਼ਮਾਂ ਦੀ ਥਾਂ 1000 ਰੁਪਏ ਰੋਜ਼ਾਨਾ ਦੇ ਖਰਚੇ ਤੇ ਨਵੇਂ ਵਲੰਟੀਅਰ ਰੱਖ ਲੈਣ। ਪਰ ਇੱਕ ਦਿਨ ਬਾਅਦ ਪੰਜਾਬ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ ਕਿਉਂਕਿ ਮੁਲਾਜ਼ਮਾਂ ਨੇ NHM ਮੁਲਾਜ਼ਮਾਂ ਨੇ ਆਪਣਾ ਸੰਘਰਸ਼ ਤਿੱਖਾ ਕਰ ਦਿੱਤਾ ਸੀ। ਪਰ ਹੁਣ ਵੀ ਜਿਹੜੀ ਉਹਨਾਂ ਦੀ ਸੰਗੀ ਨੱਪੀ ਗਈ ਹੈ ਕਿ ਤੁਸੀਂ ਇਹ ਲਿਖ ਕੇ ਦਿਓ ਕਿ ਜੇ ਹੁਣ ਵਾਪਸ ਡਿਊਟੀ ਜੁਆਇਨ ਕਰ ਰਹੇ ਹੋ ਤਾਂ ਤੁਸੀਂ ਭਵਿੱਖ ਦੇ ਵਿੱਚ ਕਿਸੇ ਵੀ ਹੜਤਾਲ ਦੇ ਉੱਤੇ ਨਹੀਂ ਜਾਓਗੇ। ਹਾਲਾਂਕਿ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਹਰ ਕਿਸਮ ਦੇ ਹਰ ਵਰਗ ਦੇ ਕਰਮਚਾਰੀ ਨੂੰ ਆਪਣੇ ਹੱਕਾਂ ਦੇ ਲਈ ਹੜਤਾਲ ਕਰਨ ਦਾ ਹੱਕ ਹੈ, ਆਪਣੇ ਹੱਕਾਂ ਦੇ ਲਈ ਸ਼ਾਂਤਮਈ ਰੋਸ ਪ੍ਰੋਟੈਸਟ ਕਰਨ ਦਾ ਹੱਕ ਹੈ। ਪਰ ਇੱਥੇ ਕਿਸ ਤਰੀਕੇ ਦੇ ਨਾਲ ਜ਼ਬਰਦਸਤੀ ਉਹਨਾਂ ਦੇ ਨਾਲ ਕੀਤੀ ਗਈ ਹੈ ਇਸ ਤੋਂ ਕੋਈ ਵੀ ਲੁਕ ਨਹੀਂ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਨੇ ਵੀ ਕੈਪਟਨ ਸਰਕਾਰ ਦੇ ਵੱਲੋਂ ਹੜਤਾਲੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੀ ਸਖਤ ਨਿਖੇਧੀ ਕੀਤੀ ਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤਾਨਾਸ਼ਾਹੀ ਰਵੱਈਆ ਅਪਣਾ ਕੇ ਮੁਲਾਜ਼ਮਾਂ ਦੇ ਸੰਵਿਧਾਨਿਕ ਹੱਕਾਂ ਨੂੰ ਕੁਚਲ ਰਹੇ ਨੇ। ਆਪ ਦੀ ਵਿਧਾਇਕਾ ਅਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੀ ਲੀਡਰ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ ਸਮੇਤ ਹੋਰ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਭਾਰਤੀ ਸੰਵਿਧਾਨ ਦੇ ਹੱਕ ਹਕੂਕ ਪ੍ਰਾਪਤ ਹਨ ਕਿ ਉਹ ਆਪਣੀਆਂ ਮੰਗਾਂ ਦੇ ਲਈ ਹੜਤਾਲ ਕਰ ਸਕਦੇ ਨੇ। ਉਹਨਾਂ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੇ ਆਪਣੇ ਸੰਵਿਧਾਨਿਕ ਹੱਕ ਤਹਿਤ ਹੀ ਹੜਤਾਲ ਕੀਤੀ ਸੀ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਦੇ ਨਾਲ ਹੈ ਤੇ ਕੈਪਟਨ ਸਰਕਾਰ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਾਦਰਸ਼ਾਹੀ ਫੈਸਲੇ ਦੀ ਨਿਖੇਧੀ ਕਰਦੀ ਹੈ। ਇਲਜ਼ਾਮ ਲਾਇਆ ਕਿ ਇੱਕ ਪਾਸੇ ਤਾਂ ਕੈਪਟਨ ਸਰਕਾਰ ਸਿਹਤ ਵਿਭਾਗ ਦੇ ਵਿੱਚ ਡਾਕਟਰਾਂ, ਨਰਸਾਂ ਤੇ ਪੈਰਾਮੈਡੀਕਲ ਸਟਾਫ ਦੀ ਭਰਤੀ ਲਈ ਰੋਜ਼ ਢੰਡੋਰੇ ਪਿੱਟ ਰਹੀ ਹੈ, ਚਿੱਠੀਆਂ ਜਾਰੀ ਕਰ ਰਹੀ ਹੈ, ਦੂਸਰੇ ਪਾਸੇ ਨੌਕਰੀ ਕਰਦੇ ਮੁਲਾਜ਼ਮਾਂ ਨੂੰ ਹਟਾ ਰਹੀ ਹੈ। ਇਹ ਕਿੱਦਾਂ ਦਾ ਇਨਸਾਫ ਹੈ? ਮੰਗ ਕੀਤੀ ਹੈ ਉਹਨਾਂ ਕੈਪਟਨ ਸਰਕਾਰ ਤੋਂ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਦੇ ਨਾਦਰਸ਼ਾਹੀ ਫਰਮਾਨ ਵਾਪਸ ਲਏ ਜਾਣ ਤੇ ਇਹਨਾਂ ਮੁਲਾਜ਼ਮਾਂ ਨੂੰ ਸਿਹਤ ਵਿਭਾਗ ਅਧੀਨ ਅਸਾਮੀਆਂ ਤੇ ਪਹਿਲ ਦੇ ਆਧਾਰ ਦੇ ਉੱਤੇ ਭਰਤੀ ਕੀਤਾ ਜਾਵੇ ਕਿਉਂਕਿ ਇਹ ਪੂਰੇ 1 ਸਾਲ ਤੋਂ ਫਰੰਟ ਲਾਈਨ ਵਰਕਰਾਂ ਦੇ ਵਜੋਂ ਕੰਮ ਕਰ ਰਹੇ ਨੇ। ਸੋ ਆਮ ਆਦਮੀ ਪਾਰਟੀ ਨੇ ਇਹ ਦਬਾਅ ਬਣਾਇਆ ਹੀ ਸੀ। ਉਸ ਤੋਂ ਬਾਅਦ ਸ਼ਾਮ ਤੱਕ ਪੰਜਾਬ ਸਰਕਾਰ ਨੇ ਵੀ ਆਪਣਾ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਤੇ ਇੱਕ ਮੌਕਾ ਹੋਰ ਦਿੱਤਾ ਹੈ NHM ਮੁਲਾਜ਼ਮਾਂ ਨੂੰ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਬਿਆਨ ਜਾਰੀ ਕੀਤਾ ਕਿ ਪੰਜਾਬ, ਕਰਨਾਟਕਾ, ਕੇਰਲ, ਤਾਮਿਲਨਾਡੂ ਤੇ ਪੱਛਮੀ ਬੰਗਾਲ ਉਹਨਾਂ 16 ਸੂਬਿਆਂ ਦੇ ਵਿੱਚ ਹੁਣ ਸ਼ਾਮਿਲ ਹੋ ਗਏ ਨੇ ਜਿੱਥੇ ਕਰੋਨਾ ਦੇ ਮਾਮਲੇ ਵੱਧ ਗਏ ਨੇ। ਯਾਨੀ ਕਿ ਪੰਜਾਬ ਸਣੇ ਦੇਸ਼ ਦੇ 16 ਸੂਬਿਆਂ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਹੇ ਨੇ। ਹਾਲਾਂਕਿ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਹਾਰਾਸ਼ਟਰ, ਯੂਪੀ, ਦਿੱਲੀ, ਛੱਤੀਸਗੜ੍ਹ ਸਣੇ 18 ਸੂਬੇ ਅਜਿਹੇ ਵੀ ਹਨ ਜਿੱਥੇ ਕਰੋਨਾ ਮਾਮਲਿਆਂ ਦੇ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਕੇਂਦਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ ਇਸ ਵਕਤ ਕਰੋਨਾ ਦੇ ਕੁੱਲ ਕੇਸਾਂ ਦੇ ਨਾਲ-ਨਾਲ ਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿੱਚ ਕਮੀ ਵੀ ਆਈ ਹੈ। ਪਰ ਹਾਲੇ ਤੱਕ ਦੇਸ਼ ਦੇ ਜੋ ਹਾਲਾਤ, ਜੋ ਸ਼ਮਸ਼ਾਨ ਘਾਟਾਂ ਦੇ ਹਾਲਾਤ ਮਨ ਨੂੰ ਪਰੇਸ਼ਾਨ ਕਰਨ ਵਾਲੇ ਨੇ ਉਹ ਹਾਲੇ ਵੀ ਉਸੇ ਤਰ੍ਹਾਂ ਦਿਖਾਈ ਦੇ ਰਹੇ ਨੇ। ਹਾਲਾਂਕਿ ਆਕਸੀਜਨ ਦੀ ਘਾਟ ਦਾ ਜਿਹੜਾ ਰੌਲਾ ਦਿੱਲੀ ਦੇ ਵਿੱਚ ਪਿਆ ਹੋਇਆ ਸੀ, ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ, ਆਪਣੇ ਘਰਦਿਆਂ ਨੂੰ ਮਰਦਿਆਂ ਦੇਖ ਕੇ ਲੋਕ ਕਿਵੇਂ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਸੀ, ਉਹ ਹਾਲਾਤ ਥੋੜੇ ਜਿਹੇ ਹੁਣ ਕਾਬੂ ਦੇ ਵਿੱਚ ਦਿਖ ਰਹੇ ਨੇ ਤੇ ਉਹਨਾਂ ਨੂੰ ਕਾਬੂ ਕਰਨ ਦੇ ਵਿੱਚ ਕੱਲੀਆਂ ਸਰਕਾਰਾਂ ਦਾ ਯੋਗਦਾਨ ਨਹੀਂ ਹੈ, ਉਸ ਨੂੰ ਕਾਬੂ ਕਰਨ ਦੇ ਵਿੱਚ ਲੋਕਾਂ ਦਾ ਆਪਣਾ ਵੀ ਯੋਗਦਾਨ ਹੈ ਅਤੇ ਬਹੁਤ ਸਾਰੀਆਂ ਸੰਸਥਾਵਾਂ ਦਾ ਵੀ ਯੋਗਦਾਨ ਹੈ, ਖਾਸ ਕਰਕੇ ਸਿੱਖ ਸੰਸਥਾਵਾਂ ਦਾ ਜਿਹੜੀਆਂ ਕਿ ਲੋਕਾਂ ਦੀ ਭਲਾਈ ਦੇ ਲਈ ਕੁੱਦ ਪਈਆਂ ਸੀ ਪਹਿਲੇ ਦਿਨ ਤੋਂ ਹੀ। ਹੁਣ ਤੁਹਾਨੂੰ ਪੰਜਾਬ ਦੇ ਵਿੱਚ ਲੋਕਡਾਊਨ ਦੇ ਦੌਰਾਨ ਕਿਹੋ ਜਿਹੇ ਹਾਲਾਤ ਨੇ ਉਹ ਤਸਵੀਰਾਂ ਵੀ ਦਿਖਾ ਦਿੰਦੇ ਆ। ਹਾਲਾਂਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਲੋਕਡਾਊਨ ਲੱਗਿਆ ਹੋਇਆ, ਦੁਕਾਨਾਂ ਖੋਲਣ ਨੂੰ ਲੈ ਕੇ ਥੋੜੀ ਜਿਹੀ ਢਿੱਲ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਦਿੱਤੀ ਗਈ ਹੈ। ਹਾਲਾਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਢਿੱਲ ਨਹੀਂ ਦਿੱਤੀ ਗਈ ਹੈ, ਪਰ ਜਿਹੜਾ ਦੁਪਹਿਰ ਤੋਂ 2 ਵਜੇ ਤੋਂ ਬਾਅਦ ਦਾ ਮਾਹੌਲ ਹੁੰਦਾ ਹੈ ਉਹ ਬਿਲਕੁਲ ਸ਼ਾਂਤ ਹੁੰਦਾ ਹੈ। ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ
ਤੇ ਆਵਾਜਾਈ ਤਾਂ ਜ਼ਰੂਰ ਦਿਖਦੀ ਹੈ, ਪਰ ਇਹ ਆਵਾਜਾਈ 80% ਪਹਿਲਾਂ ਦੇ ਨਾਲੋਂ ਘੱਟ ਦਿਖ ਰਹੀ ਹੈ। ਪੰਜਾਬ ਦੀਆਂ ਸੜਕਾਂ ਦੇ ਉੱਤੇ, ਹਾਈਵੇਜ਼ ਦੇ ਉੱਤੇ ਪਹਿਲਾਂ ਵਾਂਗੂ ਵਾਹਨ ਚੱਲਦੇ ਨਹੀਂ ਦਿਖਾਈ ਦਿੰਦੇ। ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜ਼ਰੂਰ ਮਹਾਮਾਰੀ ਦੀ ਇਸ ਦੂਸਰੀ ਲਹਿਰ ਨੇ ਬਣਾ ਦਿੱਤਾ ਹੈ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਅਜਿਹਾ ਸ਼ਾਇਦ ਕੋਈ ਹੀ ਪਰਿਵਾਰ ਬਚਿਆ ਹੋਵੇ, ਕੋਈ ਹੀ ਵਿਅਕਤੀ ਬਚਿਆ ਹੋਵੇ ਜਿਸ ਦੇ ਪਰਿਵਾਰ ਦੇ ਵਿੱਚ ਜਾਂ ਫਿਰ ਸੰਬੰਧੀਆਂ ਦੇ ਵਿੱਚ, ਦੋਸਤਾਂ ਮਿੱਤਰਾਂ ਦੇ ਵਿੱਚ ਕਿਸੇ ਨਾ ਕਿਸੇ ਵਿਅਕਤੀ ਦੀ ਕਰੋਨਾ ਦੇ ਨਾਲ ਮੌਤ ਨਾ ਹੋਈ ਹੋਵੇ। ਹਰ ਕਿਸੇ ਨੂੰ ਇਹੋ ਜਿਹੀਆਂ ਖਬਰਾਂ ਦਿਨ ਚੜ੍ਹਦੇ ਸਾਰ ਮਿਲ ਜਾਂਦੀਆਂ ਨੇ। ਇਹ ਤਸਵੀਰਾਂ ਅਸੀਂ ਤੁਹਾਨੂੰ ਮਾਨਸਾ ਜ਼ਿਲ੍ਹੇ ਤੇ ਭਵਾਨੀਗੜ੍ਹ ਦੀਆਂ ਦਿਖਾ ਰਹੇ ਹਾਂ। 2 ਵਜੇ ਤੋਂ ਬਾਅਦ ਦੀਆਂ ਤਸਵੀਰਾਂ ਨੇ ਭਵਾਨੀਗੜ੍ਹ ਦੇ ਵਿੱਚ, ਜਿੱਥੇ ਬਿਲਕੁਲ ਹੀ ਸੜਕਾਂ ਜਿਹੜੀਆਂ ਸੁੰਨੀਆਂ ਦਿਖਾਈ ਦੇ ਰਹੀਆਂ ਨੇ। ਇੱਕਾ ਦੁੱਕਾ ਵਾਹਨ ਜ਼ਰੂਰ ਚੱਲ ਰਹੇ ਨੇ, ਪਰ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ ਨੇ। ਇਹ ਦੂਸਰੀ ਤਸਵੀਰ ਤੁਹਾਨੂੰ ਮਾਨਸਾ ਤੋਂ ਦਿਖਾ ਰਹੇ ਹਾਂ, ਜਿੱਥੇ ਮਾਨਸਾ ਦੇ ਵਿੱਚ ਸਵੇਰੇ 11 ਤੋਂ 12 ਵਜੇ ਦਾ ਇਹ ਸਮਾਂ ਹੈ ਜਦੋਂ ਪੁਲਿਸ ਪਾਰਟੀਆਂ ਨੇ ਜਿਹੜੀਆਂ ਉਹ ਗਸ਼ਤ ਕਰਦੀਆਂ ਦਿਖਾਈ ਦੇ ਰਹੀਆਂ ਨੇ। ਪੁਲਿਸ ਦੇ ਵੱਲੋਂ ਆਮ ਜਿਹੜੇ ਰੇੜੀ ਫੜੀ ਵਾਲੇ ਦੁਕਾਨਦਾਰ ਹੈਗੇ ਨੇ, ਨਿੱਕੇ ਜਿਹੜੇ ਵਪਾਰੀ ਹੈਗੇ ਨੇ, ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਉਹਨਾਂ ਨੂੰ ਜਿਹੜਾ ਹੈ ਅੰਦਰ ਜਾਣ ਦੇ ਲਈ ਕਿਹਾ ਜਾ ਰਿਹਾ ਹੈ, ਸੜਕਾਂ ਖਾਲੀ ਕਰਨ ਦੇ ਲਈ ਕਿਹਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਾਣਕਾਰੀ ਦਿੱਤੀ ਹੈ ਦਿੱਲੀ ਵਾਸੀਆਂ ਨੂੰ ਤੇ ਪੂਰੇ ਦੇਸ਼ ਵਾਸੀਆਂ ਨੂੰ। ਥੋੜੀ ਜੀ ਰਾਹਤ ਭਰੀ ਇਹ ਜਾਣਕਾਰੀ ਜ਼ਰੂਰ ਹੈ ਜਦੋਂ ਕੇਜਰੀਵਾਲ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਕੇਸ ਹੁਣ ਘਟ ਗਏ ਨੇ, ਤੇ ਇਹ ਵੀ ਉਹਨਾਂ ਨੇ ਦੱਸਿਆ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਲੋਕਡਾਊਨ ਸਫਲ ਰਿਹਾ ਹੈ, ਕਿਉਂਕਿ ਕੇਸ ਘਟ ਗਏ ਨੇ। ਆਕਸੀਜਨ ਬੈੱਡਾਂ ਦਾ ਬਹੁਤ ਵਧੀਆ ਵਿਕਾਸ ਹੋਇਆ ਦਿੱਲੀ ਦੇ ਵਿੱਚ। ICU ਤੇ ਆਕਸੀਜਨ ਬੈੱਡਾਂ ਦੀ ਹੁਣ ਕੋਈ ਕਮੀ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਸੀਂ ਹੁਣ ਦਿੱਲੀ ਦੇ ਵਿੱਚ ਰੋਜ਼ਾਨਾ 1.25 ਲੱਖ ਲੋਕਾਂ ਨੂੰ ਡੋਜ਼ ਦੇ ਰਹੇ ਹਾਂ। ਜਲਦੀ ਹੀ 3 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਉਣੀ ਅਸੀਂ ਸ਼ੁਰੂ ਕਰ ਦਿਆਂਗੇ। ਸਾਡੇ ਟੀਚੇ ਅਗਲੇ ਆਉਣ ਵਾਲੇ 3 ਮਹੀਨਿਆਂ ਦੇ ਅੰਦਰ ਸਾਰੇ ਦਿੱਲੀ ਵਾਸੀਆਂ ਨੂੰ ਵੈਕਸੀਨ ਲਾਉਣ ਦਾ ਹੈ, ਪਰ ਵੈਕਸੀਨ ਦੀ ਘਾਟ ਜ਼ਰੂਰ ਹੋ ਰਹੀ ਹੈ। ਆਕਸੀਜਨ ਦੀ ਕਮੀ ਹੈ ਜਿਹੜੀ ਉਹ ਹੁਣ ਪੂਰੀ ਹੋ ਗਈ ਹੈ, ਪਰ ਵੈਕਸੀਨ ਦੀ ਕਮੀ ਹੋ ਗਈ ਹੈ ਤੇ ਸਾਡੇ ਕੋਲ ਹੁਣ 3 ਤੋਂ 4 ਦਿਨਾਂ ਦੀ ਵੈਕਸੀਨ ਬਚੀ ਹੈ। ਤੇ ਇਹ ਜਿਹੜੀ ਸਮੱਸਿਆ ਇਕੱਲੇ ਦਿੱਲੀ ਦੀ ਨਹੀਂ ਹੈ, ਇਹ ਪੂਰੇ ਦੇਸ਼ ਦੀ ਸਮੱਸਿਆ ਹੈ। ਇਸੇ ਦਰਮਿਆਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ, ਮੋਦੀ ਸਰਕਾਰ ਨੂੰ ਸੁਝਾਅ ਵੀ ਦਿੱਤਾ ਹੈ ਕਿ ਦੇਸ਼ ਵਿੱਚ ਟੀਕਿਆਂ ਦਾ ਉਤਪਾਦਨ ਵਧਾਉਣ ਦੇ ਲਈ ਕੋਵਿਡ-19 ਟੀਕੇ ਬਣਾ ਰਹੀਆਂ 2 ਕੰਪਨੀਆਂ ਦਾ ਫਾਰਮੂਲਾ ਦੂਸਰੀਆਂ ਕੰਪਨੀਆਂ ਦੇ ਨਾਲ ਵੀ ਸਾਂਝਾ ਕੀਤਾ ਜਾਵੇ, ਤਾਂ ਕਿ ਦੇਸ਼ ਦੇ ਵਿੱਚ ਟੀਕਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਤੇ ਜੰਗੀ ਪੱਧਰ ਤੇ ਟੀਕਿਆਂ ਦਾ ਉਤਪਾਦਨ ਹੋ ਸਕੇ। ਕਿਉਂਕਿ ਅੱਜ ਦੇ ਦਿਨ ਮੁਲਕ ਦੇ ਵਿੱਚ ਸਿਰਫ 2 ਕੰਪਨੀਆਂ ਟੀਕੇ ਬਣਾ ਰਹੀਆਂ ਨੇ। ਦੋਵੇਂ ਮਿਲ ਕੇ ਮਹੀਨੇ ਦੇ ਵਿੱਚ ਮਹਿਜ਼ 6 ਤੋਂ 7 ਕਰੋੜ ਵੈਕਸੀਨ ਬਣਾ ਪਾਉਂਦੀਆਂ ਨੇ, ਤੇ ਇਸ ਗਿਣਤੀ ਦੇ ਮੁਤਾਬਿਕ ਪੂਰੇ ਦੇਸ਼ ਦੇ ਹਰ ਵਿਅਕਤੀ ਨੂੰ ਵੈਕਸੀਨ ਲਾਉਣ ਦੇ ਵਿੱਚ 2 ਸਾਲ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਏਗਾ। ਯਾਨੀ ਕਿ ਹਰ ਵਿਅਕਤੀ ਦੀ ਵਾਰੀ ਆਉਣ ਦੇ ਵਿੱਚ 2 ਸਾਲ ਲੱਗ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਜਦੋਂ ਤੱਕ ਹਰ ਭਾਰਤੀ ਨੂੰ ਵੈਕਸੀਨ ਨਹੀਂ ਲੱਗਦੀ, ਉਦੋਂ ਤੱਕ ਕਰੋਨਾ ਦੀ ਜੰਗ ਨਹੀਂ ਜਿੱਤੀ ਜਾ ਸਕਦੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸਾਡੀ ਸਰਕਾਰ ਕਰੋਨਾ ਦੇ ਟੀਕਿਆਂ ਦੀ ਕਮੀ ਨੂੰ ਦੂਰ ਕਰਨ ਲਈ ਕੌਮਾਂਤਰੀ ਪੱਧਰ ਦੇ ਉੱਤੇ ਟੈਂਡਰ ਜਾਰੀ ਕਰੇਗੀ। ਇਹ ਵੱਡੀ ਜਿਹੜੀ ਜਾਣਕਾਰੀ ਉਹਨਾਂ ਨੇ ਦਿੱਤੀ ਹੈ। ਨਾਲ ਹੀ ਦੋਸ਼ ਵੀ ਲਾਇਆ ਹੈ ਕੇਂਦਰ ਸਰਕਾਰ ਤੇ ਕਿ ਕੇਂਦਰ ਦੀ ਬੀਜੇਪੀ ਸਰਕਾਰ ਸੂਬਾ ਸਰਕਾਰਾਂ ਨੂੰ ਟੀਕਾ ਖਰੀਦਣ ਦੇ ਲਈ ਗਲੋਬਲ ਟੈਂਡਰ ਮੰਗਵਾਉਣ ਦੇ ਲਈ ਮਜਬੂਰ ਕਰ ਰਹੀ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸੂਬਾ ਵੈਕਸੀਨ ਦੇ ਲਈ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰੇ ਤੇ ਲੜੇ। ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਦੀ ਇਹ ਮਨਸ਼ਾ ਹੈ, ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਦੇਸ਼ ਦੇ ਸਾਰੇ ਸੂਬੇ ਵੈਕਸੀਨ ਦੇ ਲਈ ਕੌਮਾਂਤਰੀ ਬਾਜ਼ਾਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਮੁਕਾਬਲਾ ਕਰਨ ਤੇ ਲੜਨ। ਕੇਂਦਰ ਤੋਂ ਮੰਗ ਕੀਤੀ ਹੈ ਕਿ ਪਲਸ ਪੋਲੀਓ ਮੁਹਿੰਮ ਦੀ ਤਰਜ਼ ਤੇ ਦੇਸ਼ ਵਿਆਪੀ ਕੋਵਿਡ ਟੀਕਾਕਰਨ ਮੁਹਿੰਮ ਵੀ ਚਲਾਈ ਜਾਣੀ ਚਾਹੀਦੀ ਹੈ, ਜਿਸ ਦੀ ਅੱਜ ਸਭ ਤੋਂ ਵੱਡੀ ਲੋੜ ਹੈ। ਅਗਲੀ ਖਬਰ ਕੋਵਿਡ ਦੇ ਟੈਸਟ ਨੂੰ ਲੈ ਕੇ ਹੈ। ICMR ਦੇ ਮੁੱਖ ਡਾਕਟਰ ਬਲਰਾਮ ਭਾਰਗਵ ਨੇ ਦੱਸਿਆ ਕਿ ਕਰੋਨਾ ਦੀ ਜਾਂਚ ਦੇ ਲਈ ਹੋਣ ਵਾਲੇ ਰੈਪਿਡ ਐਂਟੀਜਨ ਟੈਸਟ ਦੇ ਲਈ ਹੁਣ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਇਸ ਦੇ ਲਈ ਕਿਸੇ ਵੀ ਮਾਨਤਾ ਦੀ ਲੋੜ ਨਹੀਂ ਹੋਏਗੀ। ਯਾਨੀ ਕਿ ਹੁਣ ਦੇਸ਼ ਦੇ ਹਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੋਵਿਡ ਦਾ ਰੈਪਿਡ ਐਂਟੀਜਨ ਜਿਹੜਾ ਟੈਸਟ ਹੁੰਦਾ ਹੈ ਉਹ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਘਰ ਦੇ ਵਿੱਚ ਹੀ ਟੈਸਟਿੰਗ ਕਰਨ ਦੇ ਲਈ ਵੀ ਤਰੀਕਿਆਂ ਦੀ ਖੋਜ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਦੇ ਵੱਲੋਂ ਜਿਹੜੀ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਉਸ ਦੇ ਵਿੱਚ ਭਾਰਗਵ ਨੇ ਦੱਸਿਆ ਕਿ ਦੇਸ਼ ਦੇ ਵਿੱਚ ਪੋਜ਼ਿਟਿਵਿਟੀ ਰੇਟ ਇਸ ਵਕਤ 21% ਹੈ ਤੇ ਦੇਸ਼ ਵਿੱਚ 30 ਅਪ੍ਰੈਲ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 19,45,299 ਲੋਕਾਂ ਦੇ ਟੈਸਟ ਕੀਤੇ ਗਏ ਸੀ। ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 400 ਬੈੱਡਾਂ ਦਾ ਜਿਹੜਾ ਕੋਵਿਡ ਕੇਅਰ ਸੈਂਟਰ ਬਣਾਇਆ ਹੈ, ਉਸ ਦੇ ਵਿੱਚ ਫਿਲਮ ਅਦਾਕਾਰ ਅਮਿਤਾਭ ਬੱਚਨ ਨੇ ਜਿਹੜੇ 2 ਕਰੋੜ ਰੁਪਏ ਦਿੱਤੇ ਨੇ, ਉਸ ਨੂੰ ਲੈ ਕੇ ਹੁਣ ਸਿੱਖ ਸੰਗਤ ਦੇ ਵਿੱਚ ਇਤਰਾਜ਼ ਉੱਠਣੇ ਸ਼ੁਰੂ ਹੋ ਗਏ ਨੇ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਵੇਲੇ ਖੂਨ ਦਾ ਬਦਲਾ, ਖੂਨ ਦਾ ਨਾਰਾ ਬੁਲੰਦ ਕਰਕੇ ਪੂਰੇ ਭਾਰਤ ਦੇ ਵਿੱਚ ਸਿੱਖਾਂ ਵਿਰੁੱਧ ਅਤਿਆਚਾਰ ਕਰਵਾਉਣ ਵਾਲਾ ਅਮਿਤਾਭ ਬੱਚਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਆਪਣਾ ਨਾਮ ਕਾਤਲਾਂ ਦੀ ਸ਼੍ਰੇਣੀ ਵਿੱਚ ਦਰਜ ਕਰਵਾ ਚੁੱਕਿਆ ਹੈ। ਇਹ ਬਿਆਨ ਹੈ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਵੱਲੋਂ ਦਿੱਤਾ ਗਿਆ। ਪ੍ਰੋਫੈਸਰ ਬਲਵਿੰਦਰ ਸਿੰਘ ਕਮੇਟੀ ਦੇ ਇੱਕ ਮੈਂਬਰ ਨੇ, ਉਹ ਕਹਿੰਦੇ ਨੇ ਕਿ ਅਮਿਤਾਭ ਬੱਚਨ ਦਾ ਕਿਰਦਾਰ ਤੇ ਵਿਵਹਾਰ ਸਿੱਖਾਂ ਦੇ ਹਿੱਤਾਂ ਦੇ ਵਿਰੁੱਧ ਰਿਹਾ ਹੈ। ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਸਮੇਂ ਅਤੇ ਸਿੱਖ ਨਸਲਕੁਸ਼ੀ ਦੌਰਾਨ ਅਮਿਤਾਭ ਬੱਚਨ ਕਾਂਗਰਸ ਪਾਰਟੀ ਦੇ ਬਹੁਤ ਨੇੜੇ ਸੀ, ਪਰ ਅੱਜ ਕੱਲ ਕੇਂਦਰ ਦੀ ਭਾਜਪਾ ਦੇ ਨਾਲ ਇਸ ਦੇ ਹੱਥ ਰਲੇ ਹੋਏ ਨੇ। ਸਿੱਖ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਲਈ ਖੁਦ ਸਮਰੱਥ ਹੈ। ਸਿੱਖਾਂ ਨੇ ਕਦੇ ਵੀ ਆਪਣੇ ਵਿਰੋਧੀਆਂ ਦੇ ਕੋਲੋਂ ਕੋਈ ਵੀ ਸਹਾਇਤਾ ਕਬੂਲ ਨਹੀਂ ਕੀਤੀ। ਗੁਰਧਾਮਾਂ ਦੀ ਸੇਵਾ ਤੇ ਲੋਕ ਭਲਾਈ ਕਾਰਜਾਂ ਲਈ ਸਾਰੇ ਧਰਮਾਂ ਦੇ ਲੋਕਾਂ ਕੋਲੋਂ ਸੇਵਾ ਲੈਣੀ ਕੋਈ ਮਾੜੀ ਗੱਲ ਨਹੀਂ ਹੈ, ਪਰ ਜਿਨ੍ਹਾਂ ਲੋਕਾਂ ਦੇ ਹੱਥ ਕਿਸੇ ਦੇ ਵੀ ਖੂਨ ਨਾਲ ਰੰਗੇ ਹੋਣ, ਉਹਨਾਂ ਕੋਲੋਂ ਦਾਨ ਲੈਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਕਮੇਟੀ ਲੀਡਰਾਂ ਨੇ ਮਨਜਿੰਦਰ ਸਿੰਘ ਸਿਰਸਾ DSMC ਦੇ ਪ੍ਰਧਾਨ ਨੂੰ ਸਵਾਲ ਕੀਤਾ ਹੈ ਕਿ ਜੇਕਰ ਸੋਨੀਆ ਗਾਂਧੀ ਵੱਡੀ ਰਾਸ਼ੀ ਗੁਰਧਾਮਾਂ ਦੀ ਸੇਵਾ ਸੰਭਾਲ ਲਈ ਦੇਵੇਗੀ ਤਾਂ ਕੀ ਤੁਸੀਂ ਉਸ ਨੂੰ ਪ੍ਰਵਾਨ ਕਰੋਗੇ ਦਿੱਲੀ ਦੇ ਵਿੱਚ। ਦਰਅਸਲ DSMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਖੁਦ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ ਸੀ ਜਦੋਂ ਅਮਿਤਾਭ ਬੱਚਨ ਨੇ 2 ਕਰੋੜ ਰੁਪਏ ਇਸ ਕੋਵਿਡ ਕੇਅਰ ਸੈਂਟਰ ਦੇ ਲਈ ਦਿੱਤੇ ਸੀ। ਤੇ ਇਸ ਦੇ ਨਾਲ ਹੀ DSMC ਦੇ ਸਾਬਕਾ ਪ੍ਰਧਾਨ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ GK ਨੇ ਵੀ ਐਲਾਨ ਕੀਤਾ ਕਿ ਜਦੋਂ ਕਮੇਟੀ ਸਾਡੇ ਹੱਥ ਵਿੱਚ ਆ ਜਾਏਗੀ ਤਾਂ ਅਸੀਂ ਸਭ ਤੋਂ ਪਹਿਲਾਂ ਅਮਿਤਾਭ ਬੱਚਨ ਦੇ ਇਹ 2 ਕਰੋੜ ਰੁਪਏ ਵਾਪਸ ਕਰਾਂਗੇ। ਇਹਨਾਂ ਨੇ ਸਖਤ ਇਤਰਾਜ਼ ਜਤਾਇਆ ਹੈ ਤੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੇ ਕੌਮ ਨਾਲ ਗੱਦਾਰੀ ਕੀਤੀ ਹੈ। ਅਮਿਤਾਭ ਬੱਚਨ ਤੋਂ 2 ਕਰੋੜ ਰੁਪਏ ਦਾ ਸਹਿਯੋਗ ਲੈ ਕੇ GK ਨੇ ਦਾਅਵਾ ਕੀਤਾ ਕਿ 31 ਅਕਤੂਬਰ 1984 ਨੂੰ 3 ਮੂਰਤੀ ਭਵਨ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਖੜੇ ਹੋ ਕੇ ਅਮਿਤਾਭ ਬੱਚਨ ਨੇ ਖੂਨ ਦਾ ਬਦਲਾ, ਖੂਨ ਦਾ ਨਾਰਾ ਦਿੱਤਾ ਸੀ, ਜਿਸ ਨੂੰ ਉਸ ਵਕਤ ਦੂਰਦਰਸ਼ਨ ਨੇ ਪ੍ਰਸਾਰਿਤ ਵੀ ਕੀਤਾ ਸੀ। ਉਸ ਦੀ ਰਿਕਾਰਡਿੰਗ ਅੱਜ ਵੀ ਦੇਖੀ ਜਾ ਸਕਦੀ ਹੈ, ਸੁਣੀ ਜਾ ਸਕਦੀ ਹੈ। ਉਸ ਤੋਂ ਬਾਅਦ ਕਾਂਗਰਸ ਦੇ ਕਾਰਕੁਨਾਂ ਨੂੰ ਸਿੱਖਾਂ ਨੂੰ ਕਤਲ ਕਰਨ ਦਾ ਅਸਿੱਧਾ ਉਕਸਾਵਾ ਸਿੱਧੇ ਤੌਰ ਤੇ ਮਿਲਿਆ ਸੀ ਤੇ ਇਸ ਲਈ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਤੋਂ ਕਿਸੇ ਪ੍ਰਕਾਰ ਦੀ ਸਹਾਇਤਾ ਲੈਣਾ ਕੌਮ ਦੀ ਅਣਖ ਦੇ ਨਾਲ ਖਿਲਵਾੜ ਹੈ। ਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਜੇਕਰ ਗੱਲ ਕਰ ਲਈਏ ਤਾਂ ਜ਼ਿਆਦਾਤਰ ਜਿਹੜੇ ਸਿੱਖ ਨੌਜਵਾਨ ਨੇ, ਸਿੱਖ ਭਾਈਚਾਰੇ ਦੇ ਲੋਕ ਨੇ, ਉਹ ਇਹਨਾਂ 2 ਕਰੋੜ ਰੁਪਈਆ ਤੇ ਇਤਰਾਜ਼ ਜਤਾ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜਾਇਜ਼ ਨਹੀਂ ਹੈ ਕਿ ਜਿਸ ਇਨਸਾਨ ਨੇ, ਜਿਸ ਫਿਲਮ ਸਟਾਰ ਨੇ ਸਿੱਖਾਂ ਦੇ ਕਤਲੇਆਮ ਨੂੰ ਸ਼ਹਿ ਦਿੱਤੀ ਹੋਵੇ, ਉਸ ਦੇ ਕੋਲੋਂ ਤੁਸੀਂ ਰਾਸ਼ੀ ਲਓ ਤੇ ਫਿਰ ਉਸ ਦੇ ਗੁਣਗਾਨ ਵੀ ਕਰੋ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੇ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਤੇ ਨਾ ਹੀ 2 ਕਰੋੜ ਰੁਪਏ ਵਾਪਸ ਕਰਨ ਦਾ ਕੋਈ ਐਲਾਨ ਕੀਤਾ ਹੈ। ਇਸ ਦਰਮਿਆਨ ਇੱਕ ਹੋਰ ਨਵਾਂ ਖੁਲਾਸਾ ਸਾਹਮਣੇ ਆਇਆ ਹੈ ਜਿਸ ਦੀ ਜਾਣਕਾਰੀ ਜਾਗੋ ਪਾਰਟੀ ਨੇ ਹੀ ਦਿੱਤੀ ਹੈ। ਅਮਿਤਾਭ ਬੱਚਨ ਦੇ ਲਿਖੇ ਬਲੌਗ ਦੇ ਹਵਾਲੇ ਦੇ ਨਾਲ ਖਬਰੀਆ ਵੈਬਸਾਈਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪਿਛਲੇ ਦਿਨੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਸਥਾਪਿਤ ਹੋਏ ਡਾਇਗਨੋਸਟਿਕ ਸੈਂਟਰ ਦਾ ਸਾਰਾ ਖਰਚਾ ਵੀ ਅਮਿਤਾਭ ਬੱਚਨ ਨੇ ਕੀਤਾ ਸੀ, ਜਦਕਿ ਉਸ ਸਮੇਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਹ ਦਾਅਵਾ ਕੀਤਾ ਸੀ ਕਿ ਡਾਇਗਨੋਸਟਿਕ ਸੈਂਟਰ ਵਿੱਚ ਸਥਾਪਿਤ ਹੋਈ ਲਗਭਗ 10 ਕਰੋੜ ਰੁਪਏ ਦੀ ਮਸ਼ੀਨਾਂ ਦੀ ਰਾਸ਼ੀ ਕਿਸੇ ਪਰਿਵਾਰ ਨੇ ਦਿੱਤੀ ਹੈ। ਤੇ ਇਹ ਜਿਹੜਾ ਨਿਊਜ਼ ਬਲੌਗ ਹੈਗਾ ਉਹ ਦੱਸਦਾ ਹੈ, ਖਬਰੀਆ ਇਸ ਦਾ ਨਾਮ ਹੈ, ਖਬਰੀਆ ਵੈਬਸਾਈਟ, ਕਿ ਇਹ ਸਾਰਾ ਖਰਚਾ ਵੀ ਅਮਿਤਾਭ ਬੱਚਨ ਨੇ ਦਿੱਤਾ ਸੀ। ਸੋ ਇਹ ਜਿਹੜਾ ਮਾਮਲਾ ਥੋੜਾ ਹੋਰ ਭਖ ਸਕਦਾ ਹੈ ਇਸ ਖਬਰ ਤੋਂ ਬਾਅਦ। ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਨੇ ਹੁਣ ਨਰਿੰਦਰ ਮੋਦੀ ਸਰਕਾਰ ਤੇ ਇੱਕ ਹੋਰ ਹਮਲਾ ਕੀਤਾ ਹੈ। ਨਦੀ ਵਿੱਚ ਵਹਿੰਦੀਆਂ ਲਾਸ਼ਾਂ ਤੇ ਟਵੀਟ ਕੀਤਾ ਹੈ, ਕਿਹਾ ਕਿ ਗੁਲਾਬੀ ਚਸ਼ਮੇ ਉਤਾਰ ਕੇ ਸਰਕਾਰ ਇਹਨਾਂ ਤਸਵੀਰਾਂ ਨੂੰ ਦੇਖੇ। ਰਾਹੁਲ ਗਾਂਧੀ ਨੇ ਨਦੀ ਵਿੱਚ ਵਹਿੰਦੀਆਂ ਜਿਹੜੀਆਂ ਲਾਸ਼ਾਂ ਮਿਲੀਆਂ ਨੇ, ਹਸਪਤਾਲ ਦੇ ਬਾਹਰ ਇਲਾਜ ਦੇ ਲਈ ਲਾਈਨਾਂ ਦੇ ਵਿੱਚ ਖੜੇ ਲੋਕ ਨੇ ਤੇ ਹਰ ਰੋਜ਼ ਕਰੋਨਾ ਵਾਇਰਸ ਦੇ ਜੋ ਕੇਸ ਮਿਲ ਰਹੇ ਨੇ ਤੇ ਮੌਤਾਂ ਹੋ ਰਹੀਆਂ ਨੇ, ਉਸ ਤੇ ਟਵੀਟ ਲਿਖਿਆ ਹੈ। ਰਾਹੁਲ ਗਾਂਧੀ ਨੇ ਲਿਖਿਆ ਕਿ ਨਦੀਆਂ ਵਿੱਚ ਵਹਿੰਦੀਆਂ ਅਣਗਿਣਤ ਲਾਸ਼ਾਂ, ਹਸਪਤਾਲ ਦੇ ਵਿੱਚ ਲਾਈਨਾਂ ਮੀਲਾਂ ਤੱਕ ਲੰਬੀਆਂ, ਜੀਵਨ ਸੁਰੱਖਿਆ ਦਾ ਹੱਕ ਖੋਹ ਲਿਆ ਹੈ। ਪ੍ਰਧਾਨ ਮੰਤਰੀ ਉਹ ਗੁਲਾਬੀ ਚਸ਼ਮੇ ਉਤਾਰੋ ਜਿਸ ਨਾਲ ਸੈਂਟਰਲ ਵਿਸਟਾ ਤੋਂ ਇਲਾਵਾ ਤੁਹਾਨੂੰ ਕੁਝ ਦਿਖਦਾ ਹੀ ਨਹੀਂ ਹੈ। ਦਰਅਸਲ ਇੱਕ ਦਿਨ ਪਹਿਲਾਂ ਹੀ ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਚੌਸਾ ਪ੍ਰਖੰਡ ਦੇ ਵਿੱਚ ਚੌਸਾ ਸ਼ਮਸ਼ਾਨ ਘਾਟ ਤੇ ਗੰਗਾ ਦੇ ਵਿੱਚ ਘੱਟ ਤੋਂ ਘੱਟ 40 ਲਾਸ਼ਾਂ ਤੈਰਦੀਆਂ ਹੋਈਆਂ ਮਿਲੀਆਂ ਸੀ ਤੇ ਇਹਨਾਂ ਬਾਰੇ ਸ਼ੱਕ ਜਤਾਇਆ ਗਿਆ ਕਿ ਸਾਰੇ ਵਿਅਕਤੀ ਕਰੋਨਾ ਕਰਕੇ ਮਿਲੇ। ਖਬਰ ਮਿਲਦੇ ਸਾਰੀ ਬਕਸਰ ਦੇ ਚੌਸਾ ਬਲਾਕ ਦੇ ਅਧਿਕਾਰੀ ਮੌਕੇ ਤੇ ਪਹੁੰਚੇ। ਬਕਸਰ ਦਾ ਇਲਾਕਾ ਉੱਤਰ ਪ੍ਰਦੇਸ਼ ਦੀ ਸਰਹੱਦ ਦੇ ਨਾਲ ਲੱਗਦਾ ਹੈ। ਚੌਸਾ ਦੇ ਵੀਡੀਓ ਅਸ਼ੋਕ ਕੁਮਾਰ ਨੇ ਦੱਸਿਆ ਸੀ ਕਿ
ਸਾਨੂੰ ਸਥਾਨਕ ਚੌਕੀਦਾਰ ਨੇ ਸੂਚਨਾ ਦਿੱਤੀ ਸੀ ਕਿ ਗੰਗਾ ਨਦੀ ਵਿੱਚ ਉੱਪਰੋਂ ਕੁਝ ਲਾਸ਼ਾਂ ਵਹਿੰਦੀਆਂ ਆਈਆਂ ਨੇ ਤੇ ਕੱਲ ਸ਼ਾਮ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਸੀ। ਇਹਨਾਂ ਵਿੱਚੋਂ ਕੋਈ ਵੀ ਜ਼ਿਲ੍ਹੇ ਦਾ ਵਸਨੀਕ ਨਹੀਂ ਲੱਗ ਰਿਹਾ ਸੀ। ਉਹਨਾਂ ਕਿਹਾ ਕਿ ਯੂਪੀ ਦੇ ਕਈ ਜ਼ਿਲ੍ਹੇ ਐਨ ਗੰਗਾ ਨਦੀ ਦੇ ਕੰਢੇ ਤੇ ਸਥਿਤ ਨੇ ਤੇ ਇਹਨਾਂ ਲਾਸ਼ਾਂ ਨੂੰ ਪਾਣੀ ਵਿੱਚ ਕਿਉਂ ਵਹਾਇਆ ਗਿਆ ਹਾਲੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਤੇ ਪੁਲਿਸ ਨੇ ਕਿਹਾ ਕਿ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਕਿ ਸਾਰੇ ਕੋਰੋਨਾ ਪੋਜ਼ਿਟਿਵ ਸਨ। ਲਾਸ਼ਾਂ ਗਲਣੀਆਂ ਸ਼ੁਰੂ ਹੋ ਗਈਆਂ ਸੀ ਤੇ ਇਹਨਾਂ ਦੇ ਸੰਸਕਾਰ ਮੌਕੇ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਨੂੰ ਅਸੀਂ ਯਕੀਨੀ ਬਣਾ ਰਹੇ ਹਾਂ, ਇਹ ਪ੍ਰਸ਼ਾਸਨ ਦਾ ਪੱਖ ਹੈ। ਤੇ ਉਧਰ ਕੁਝ ਮੀਡੀਆ ਅਦਾਰਿਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਣੀ ਵਿੱਚ ਰੁੜ ਕੇ ਆਈਆਂ ਲਾਸ਼ਾਂ ਦੀ ਗਿਣਤੀ 100 ਤੋਂ ਵੀ ਵੱਧ ਹੈ। ਹਾਲਾਂਕਿ ਵੀਡੀਓ ਨੇ ਇਸ ਅੰਕੜੇ ਨੂੰ ਯਾਨੀ ਕਿ ਪ੍ਰਸ਼ਾਸਨ ਨੇ ਇਸ ਅੰਕੜੇ ਨੂੰ ਖਾਰਜ ਕਰ ਦਿੱਤਾ ਹੈ। ਕਈ ਸਥਾਨਕ ਲੋਕ ਜਿਨ੍ਹਾਂ ਦੇ ਚਿਹਰੇ ਢਕੇ ਹੋਏ ਸੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸ਼ਮਸ਼ਾਨ ਘਾਟਾਂ ਦਾ ਪ੍ਰਬੰਧ ਦੇਖ ਕੇ ਲੋਕਾਂ ਦੇ ਵੱਲੋਂ ਕੋਵਿਡ ਪੀੜਤਾਂ ਦੀਆਂ ਅੰਤਿਮ ਰਸਮਾਂ ਦੇ ਲਈ ਕਥਿਤ ਮੋਟੀ ਰਕਮ ਮੰਗੀ ਜਾਂਦੀ ਹੈ। ਸੰਸਕਾਰ ਲਈ ਲੱਕੜ ਤੇ ਹੋਰ ਲੋੜੀਂਦੀ ਸਮੱਗਰੀ ਦੀ ਵੀ ਵੱਡੀ ਕਿੱਲਤ ਹੈ ਤੇ ਰਹਿੰਦੀ ਖੁੰਦੀ ਕਸਰ ਲਾਕਡਾਊਨ ਨੇ ਕੱਢ ਦਿੱਤੀ ਹੈ। ਇਸ ਕਰਕੇ ਮਜਬੂਰੀ ਦੇ ਵਿੱਚ ਪੀੜਤ ਪਰਿਵਾਰਾਂ ਤੇ ਸਗੇ ਸੰਬੰਧੀਆਂ ਨੂੰ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਮਰ ਜਾਂਦੇ ਨੇ ਉਹਨਾਂ ਦੀਆਂ ਲਾਸ਼ਾਂ ਨੂੰ ਨਦੀਆਂ ਦੇ ਵਿੱਚ ਸੁੱਟਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਸ ਤੋਂ ਬਾਅਦ ਹੀ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ ਕਿ ਮੋਦੀ ਸਰਕਾਰ ਗੁਲਾਬੀ ਚਸ਼ਮੇ ਉਤਾਰ ਕੇ ਇੱਕ ਵਾਰੀ ਦੇਸ਼ ਦੀ ਤਸਵੀਰ ਦੇਖੇ ਤਾਂ ਸਹੀ। ਵਿਸ਼ਵ ਸਿਹਤ ਸੰਸਥਾ ਨੇ ਭਾਰਤ ਵੇਰੀਐਂਟ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ। WHO ਨੇ ਭਾਰਤ ਵਿੱਚ ਪਾਏ ਗਏ ਵੇਰੀਐਂਟ ਨੂੰ ਬਹੁਤ ਚਿੰਤਾ ਵਾਲਾ ਦੱਸਿਆ ਹੈ। ਕਿਹਾ ਕਿ ਭਾਰਤ ਵਿੱਚ ਫੈਲ ਰਿਹਾ B1617 ਵੇਰੀਐਂਟ ਵਧੇਰੇ ਲਾਗ ਵਾਲਾ ਨਜ਼ਰ ਆਉਂਦਾ ਹੈ ਤੇ ਇਸ ਨੂੰ ਚਿੰਤਾ ਵਾਲਾ ਮੰਨਿਆ ਜਾਂਦਾ ਹੈ। WHO ਦੀ COVID-19 ਦੀ ਮੁਖੀ ਮਾਰੀਆ ਵੇਨ ਕੇਰਖੋਵ ਨੇ ਕਿਹਾ ਕਿ ਅਜਿਹੀਆਂ ਜਾਣਕਾਰੀਆਂ ਮਿਲੀਆਂ ਨੇ ਜਿਨ੍ਹਾਂ ਤੋਂ ਪਤਾ ਲੱਗਦਾ ਕਿ ਵਧੇਰੇ ਲਾਗ ਵਾਲੀ ਹੈ ਤੇ ਟੀਕੇ ਦੇ ਵਿਰੁੱਧ ਵੀ ਇਹ ਵੱਧ ਅਸਰ ਕਰਦੀ ਹੈ ਤੇ ਅਸੀਂ ਅਧਿਕਾਰੀ ਤੌਰ ਤੇ ਇਸ ਨੂੰ ਵਿਸ਼ਵ ਪੱਧਰ ਤੇ ਚਿੰਤਾ ਕਰਨ ਵਾਲਾ ਵੇਰੀਐਂਟ ਐਲਾਨਦੇ ਹਾਂ। ਯਾਨੀ ਕਿ ਭਾਰਤ ਵਾਲਾ ਵੇਰੀਐਂਟ ਹੁਣ ਜਿਹੜੇ ਵੀ ਮੁਲਕ ਦੇ ਵਿੱਚ ਪਾਇਆ ਜਾਏਗਾ ਉੱਥੇ ਤਰਥੱਲੀ ਮਚ ਜਾਏਗੀ। ਇਹ ਹੁਣ WHO ਦੇ ਇਸ ਬਿਆਨ ਦੇ ਨਾਲ ਜਿਹੜਾ ਹੈਗਾ ਉਹ ਸਾਬਿਤ ਹੋ ਗਿਆ। ਫਿਲੀਪਾਈਨਸ ਦੇ ਵਿੱਚ ਵੀ 2 ਲੋਕਾਂ ਦੇ ਵਿੱਚ ਕੋਰੋਨਾ ਦੇ ਭਾਰਤੀ ਵੇਰੀਐਂਟ ਪਾਏ ਗਏ ਨੇ। ਫਿਲੀਪਾਈਨਸ ਦੇ ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸਿਆ ਪ੍ਰੈਸ ਨੂੰ ਕਿ ਦੋਵੇਂ ਲਾਗ ਵਾਲੇ ਵਿਅਕਤੀ ਵਿਦੇਸ਼ ਤੋਂ ਪਰਤੇ ਸੀ। ਇੱਕ ਵਿਅਕਤੀ UAE ਤੋਂ ਤੇ ਦੂਸਰਾ ਓਮਾਨ ਤੋਂ ਫਿਲੀਪਾਈਨਸ ਵਾਪਸ ਪਰਤਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਇਸ ਬਾਰੇ ਚਿੰਤਿਤ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪੱਧਰ ਤੇ ਤਾਂ ਵੇਰੀਐਂਟ ਨਹੀਂ ਫੈਲ ਰਿਹਾ ਕਿਉਂਕਿ 2 ਕੇਸ ਸਾਡੇ ਜਿਹੜੇ ਧਿਆਨ ਵਿੱਚ ਆਏ ਨੇ ਦੋਨਾਂ ਨੂੰ ਵੱਖ-ਵੱਖ ਥਾਵਾਂ ਤੇ ਰੱਖਿਆ ਗਿਆ ਹੈ ਤੇ ਇਸ ਵੇਰੀਐਂਟ ਨੂੰ ਫਿਲੀਪਾਈਨਸ ਦੇ ਵਿੱਚ ਫੈਲਣ ਤੋਂ ਰੋਕਣ ਲਈ ਸਰਕਾਰ ਨੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਨੇਪਾਲ ਤੇ ਬੰਗਲਾਦੇਸ਼ ਤੋਂ ਆਏ ਲੋਕਾਂ ਦੀ ਐਂਟਰੀ ਅਸਥਾਈ ਤੌਰ ਤੇ ਹੁਣ ਬੰਦ ਕਰ ਦਿੱਤੀ ਹੈ। ਯਾਨੀ ਕਿ ਫਿਲੀਪਾਈਨਸ ਵੀ ਹੁਣ ਭਾਰਤੀ ਉਡਾਣਾਂ ਨਹੀਂ ਜਾ ਸਕਦੀਆਂ। ਕੋਰੋਨਾ ਦੇ ਇਲਾਜ ਦੇ ਲਈ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਇੱਕ ਦਵਾਈ ਵਰਤੀ ਜਾ ਰਹੀ ਹੈ ਜਿਸ ਦਾ ਨਾਮ ਹੈ ਆਈਵਰਮੈਕਟਿਨ। ਇਸ ਦੇ ਬਾਰੇ WHO ਨੇ ਇੱਕ ਨਵੀਂ ਜਿਹੜੀ ਸਲਾਹ ਦਿੱਤੀ ਹੈ ਕਿ ਇਸ ਦਵਾਈ ਨੂੰ ਨਾ ਵਰਤਿਆ ਜਾਵੇ। ਉਹ ਦਵਾਈ ਹੈ ਜੋ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਕੋਰੋਨਾ ਦੇ ਇਲਾਜ ਲਈ ਵਰਤੀ ਜਾ ਰਹੀ ਹੈ। WHO ਦੇ ਚੀਫ ਸਾਇੰਟਿਸਟ ਸੌਮਿਆ ਸਵਾਮੀਨਾਥਨ ਨੇ ਆਈਵਰਮੈਕਟਿਨ ਦਵਾਈ ਦੇ ਬਾਰੇ ਕਿਹਾ ਕਿ ਕਿਸੇ ਵੀ ਦਵਾਈ ਦੀ ਵਰਤੋਂ ਤੋਂ ਪਹਿਲਾਂ ਇਸ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਜਾਣਨਾ ਬਹੁਤ ਅਹਿਮ ਹੁੰਦਾ ਹੈ। ਉਹਨਾਂ ਦੱਸਿਆ ਕਿ WHO ਨੇ ਸਲਾਹ ਦਿੱਤੀ ਹੈ ਕਿ ਇਸ ਦਵਾਈ ਦੀ ਵਰਤੋਂ ਕੋਵਿਡ ਦੇ ਮਰੀਜ਼ਾਂ ਦੇ ਲਈ ਨਾ ਕੀਤੀ ਜਾਵੇ। ਇਸ ਦੀ ਵਰਤੋਂ ਸਿਰਫ ਕਲੀਨਿਕਲ ਟ੍ਰਾਇਲ ਦੇ ਵਿੱਚ ਹੀ ਹੋਵੇ। ਸੌਮਿਆ ਸਵਾਮੀਨਾਥਨ ਨੇ ਜਰਮਨ ਦੀ ਦਵਾਈ ਬਣਾਉਣ ਵਾਲੀ ਕੰਪਨੀ ਮਰਕ ਦੀ ਇੱਕ ਖਬਰ ਨੂੰ ਟਵੀਟ ਕਰਦਿਆਂ ਇਹ ਕਿਹਾ ਹੈ। ਦਰਅਸਲ ਮਰਕ COVID-19 ਮਰੀਜ਼ਾਂ ਵਿੱਚ ਆਈਵਰਮੈਕਟਿਨ ਦੀ ਵਰਤੋਂ ਨਾਲ ਹੋਣ ਵਾਲੇ ਅਸਰ ਬਾਰੇ ਖੋਜ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰੀ ਕਲੀਨਿਕਲ ਰਿਸਰਚ ਦੇ ਵਿੱਚ COVID-19 ਦੇ ਵਿਰੁੱਧ ਹਾਲੇ ਤੱਕ ਇਸ ਦਵਾਈ ਦੇ ਸੰਭਾਵੀ ਇਲਾਜ ਦੇ ਪ੍ਰਭਾਵ ਦਾ ਪਤਾ ਨਹੀਂ ਲੱਗ ਸਕਿਆ। ਅਮਰੀਕਾ ਨੇ ਵੀ ਹੁਣ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਫਾਈਜ਼ਰ ਐਂਟੀ-ਕੋਵਿਡ ਟੀਕਾ ਲਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਸਕੂਲ ਵਾਪਸ ਆਉਣ ਤੇ ਸੁਰੱਖਿਅਤ ਰਹਿਣ ਅਤੇ ਉਹਨਾਂ ਦੀਆਂ ਗਤੀਵਿਧੀਆਂ ਆਮ ਵਾਂਗ ਸ਼ੁਰੂ ਹੋ ਸਕਣ। ਫੈਡਰਲ ਵੈਕਸੀਨ ਐਡਵਾਈਜ਼ਰੀ ਦੇ ਵੱਲੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਟੀਕੇ ਦੀਆਂ 2 ਖੁਰਾਕਾਂ ਲਾਉਣ ਦੀ ਸਿਫਾਰਿਸ਼ ਤੋਂ ਬਾਅਦ ਹੁਣ ਵੀਰਵਾਰ ਤੋਂ ਯਾਨੀ ਕਿ 13 ਮਈ ਤੋਂ ਅਮਰੀਕਾ ਦੇ ਵਿੱਚ ਟੀਕਾਕਰਨ ਬੱਚਿਆਂ ਦਾ ਵੀ ਸ਼ੁਰੂ ਹੋ ਸਕਦਾ ਹੈ। ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਕਰੋਨਾ ਕਾਲ ਦੇ ਵਿੱਚ ਭਾਰਤ ਨੂੰ ਵੱਡੀ ਰਕਮ ਦੇਣ ਦਾ ਐਲਾਨ ਕੀਤਾ ਹੈ। ਟਵਿੱਟਰ ਨੇ ਭਾਰਤ ਨੂੰ $1.5 ਕਰੋੜ ਦਿੱਤੇ ਨੇ। ਟਵਿੱਟਰ ਦੇ CEO ਜੈਕ ਪੈਟਰਿਕ ਡੋਰਸੀ ਨੇ ਟਵੀਟ ਕੀਤਾ ਹੈ ਕਿ ਇਹ ਰਕਮ 3 ਗੈਰ ਸਰਕਾਰੀ ਸੰਸਥਾਵਾਂ ਕੇਅਰ ਐਡ ਇੰਡੀਆ ਤੇ ਸੇਵਾ ਇੰਟਰਨੈਸ਼ਨਲ USA ਨੂੰ ਦਾਨ ਕੀਤੀ ਗਈ ਹੈ। ਕੇਅਰ ਨੂੰ $1 ਕਰੋੜ ਦਿੱਤੇ ਗਏ ਨੇ ਜਦਕਿ ਸੇਵਾ ਇੰਟਰਨੈਸ਼ਨਲ ਅਤੇ ਐਡ ਇੰਡੀਆ ਨੂੰ $25 ਲੱਖ। ਉਹਨਾਂ ਕਿਹਾ ਕਿ ਸੇਵਾ ਇੰਟਰਨੈਸ਼ਨਲ ਇੱਕ ਹਿੰਦੂ ਆਸਥਾ ਤੇ ਆਧਾਰਿਤ ਮਨੁੱਖੀ ਅਤੇ ਗੈਰ ਲਾਭਕਾਰੀ ਸੇਵਾ ਸੰਸਥਾ ਹੈ। ਇਸ ਦਾਨ ਨਾਲ ਸੇਵਾ ਇੰਟਰਨੈਸ਼ਨਲ ਦੇ ਹੈਲਪ ਇੰਡੀਆ ਡਿਫੀਟ COVID-19 ਮੁਹਿੰਮ ਤਹਿਤ ਆਕਸੀਜਨ ਕਨਸੈਂਟਰੇਟਰ, ਵੈਂਟੀਲੇਟਰ, ਬਾਈਪੈਪ ਮਸ਼ੀਨਾਂ ਨੂੰ ਖਰੀਦਿਆ ਜਾਵੇਗਾ।
ਆਂਧਰਾ ਪ੍ਰਦੇਸ਼ ਤੋਂ ਇੱਕ ਖਬਰ ਹੈ ਜਿੱਥੇ ਤ੍ਰਿਉਪਤੀ ਦੇ ਐਸਵੀਆਰ ਰਊਆ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਘੱਟੋ-ਘੱਟ 11 ਕੋਵਿਡ ਮਰੀਜ਼ਾਂ ਦੀ ਮੌਤ ਦੀ ਖਬਰ ਹੈ। ਇਹਨਾਂ ਸਾਰੇ ਮਰੀਜ਼ਾਂ ਨੂੰ ਰਊਆ ਹਸਪਤਾਲ ਦੇ ਆਈਸੀਯੂ ਵਾਰਡ ਦੇ ਵਿੱਚ ਦਾਖਲ ਕੀਤਾ ਗਿਆ ਸੀ। ਚਿੱਤੂਰ ਦੇ ਜ਼ਿਲ੍ਹਾ ਕਲੈਕਟਰ ਐਮ ਹਰੀ ਨਾਰਾਇਣਨ ਨੇ ਕਿਹਾ ਕਿ ਆਕਸੀਜਨ ਸਿਲੰਡਰ ਨੂੰ ਦੁਬਾਰਾ ਲੋਡ ਕਰਨ ਦੇ ਵਿੱਚ 5 ਮਿੰਟ ਲੱਗ ਗਏ, ਜਿਸ ਨਾਲ ਦਬਾਅ ਘਟ ਗਿਆ ਤੇ 11 ਮਰੀਜ਼ਾਂ ਦੀ ਮੌਤ ਹੋ ਗਈ। ਯਾਨੀ ਕਿ ਆਕਸੀਜਨ ਸਿਲੰਡਰ ਰੀਲੋਡ ਕਰਨ ਦੇ ਵਿੱਚ 5 ਮਿੰਟਾਂ ਦੀ ਦੇਰੀ 11 ਜਣਿਆਂ ਦੀ ਮੌਤ ਦਾ ਕਾਰਨ ਬਣ ਗਈ। ਇਸ ਘਟਨਾ ਤੋਂ ਬਾਅਦ ਆਂਧਰਾ ਸਰਕਾਰ ਨੇ ਮਰਨ ਵਾਲਿਆਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਹਸਪਤਾਲ ਦੇ ਸੁਪਰਡੈਂਟ ਡਾਕਟਰ ਭਾਰਤੀ ਨੇ ਦੱਸਿਆ ਕਿ ਹਾਦਸਾ ਆਕਸੀਜਨ ਦੀ ਸਪਲਾਈ ਦੇ ਦਬਾਅ ਵਿੱਚ ਕਮੀ ਕਾਰਨ ਵਾਪਰਿਆ ਤੇ 11 ਮਰੀਜ਼ ਵੈਂਟੀਲੇਟਰ ਤੇ ਸਨ। ਹਾਦਸੇ ਦੀ ਖਬਰ ਮਿਲਦਿਆਂ ਹੀ ਹਸਪਤਾਲ ਪਹੁੰਚੇ ਚਿੱਤੂਰ ਦੇ ਜ਼ਿਲ੍ਹਾ ਕਲੈਕਟਰ ਨੇ ਦੱਸਿਆ ਕਿ ਹਾਦਸਾ ਰਾਤ 8:30 ਵਜੇ ਵਾਪਰਿਆ, ਜਦੋਂ ਕਿ ਆਕਸੀਜਨ ਸਿਲੰਡਰ ਨੂੰ ਦੁਬਾਰਾ ਲੋਡ ਕੀਤਾ ਜਾ ਰਿਹਾ ਸੀ। ਉਹਨਾਂ ਦੱਸਿਆ ਕਿ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਨਹੀਂ ਸੀ, ਬਟ ਇੱਕ ਤਕਨੀਕੀ ਗੜਬੜੀ ਜ਼ਰੂਰ ਹੋਈ ਹੈ। ਘਟਨਾ ਤੋਂ ਤੁਰੰਤ ਬਾਅਦ ਡਾਕਟਰ ਭੱਜ ਕੇ ਆਈਸੀਯੂ ਵੱਲ ਚਲੇ ਗਏ। ਪ੍ਰੈਸ਼ਰ ਸਿਰਫ 5 ਮਿੰਟ ਹੀ ਘਟ ਰਿਹਾ। ਇਸ ਦੌਰਾਨ ਇੱਕ ਟੈਂਕਰ ਹੋਰ ਆ ਗਿਆ ਸੀ, ਪਰ ਜਦੋਂ ਤੱਕ ਆਕਸੀਜਨ ਦੀ ਸਪਲਾਈ ਬਹਾਲ ਕੀਤੀ ਜਾਂਦੀ 11 ਮਰੀਜ਼ਾਂ ਦੀ ਮੌਤ ਹੋ ਗਈ ਦਮ ਘੁੱਟਣ ਨਾਲ। ਕੋਰੋਨਾ ਕਾਰਨ ਲੋਕਾਂ ਦੀ ਮਾੜੀ ਹਾਲਤ ਦੇਖ ਕੇ ਚੰਡੀਗੜ੍ਹ ਦੇ ਇੱਕ ਹੋਟਲ ਨੇ ਕੋਰੋਨਾ ਮਰੀਜ਼ਾਂ ਨੂੰ ਮੁਫਤ ਖਾਣਾ ਪਹੁੰਚਾਉਣ ਦਾ ਟੀਚਾ ਮਿੱਥਿਆ। ਇਸ ਹੋਟਲ ਰਾਹੀਂ ਸ਼ਹਿਰ ਦੇ ਕੋਰੋਨਾ ਮਰੀਜ਼ਾਂ ਦੇ ਘਰ ਮੁਫਤ ਖਾਣਾ ਭੇਜਿਆ ਜਾਵੇਗਾ। ਹੋਟਲ ਦੇ ਮਾਲਕ ਨੇ ਦੱਸਿਆ ਕਿ ਸਮਾਜ ਨੇ ਸਾਨੂੰ ਹੁਣ ਤੱਕ ਬਹੁਤ ਕੁਝ ਦਿੱਤਾ ਹੈ ਤੇ ਹੁਣ ਸਾਡੀ ਵਾਰੀ ਹੈ ਕਿ ਅਸੀਂ ਸੁਸਾਇਟੀ ਨੂੰ ਕੁਝ ਦੇ ਸਕੀਏ ਤੇ ਅਸੀਂ ਕੋਵਿਡ ਮਰੀਜ਼ਾਂ ਨੂੰ ਮੁਫਤ ਖਾਣਾ ਡਿਲੀਵਰ ਕਰਾਂਗੇ। ਜਿੱਥੇ ਘਰ ਦਾ ਕੋਈ ਮੈਂਬਰ ਬਾਹਰ ਨਹੀਂ ਜਾ ਸਕਦਾ, ਉੱਥੇ ਅਸੀਂ ਸਾਰੇ ਪਰਿਵਾਰ ਨੂੰ ਖਾਣਾ ਮੁਫਤ ਦੇ ਵਿੱਚ ਪਹੁੰਚਾ ਰਹੇ ਹਾਂ। ਖਬਰ ਲੁਧਿਆਣਾ ਤੋਂ ਹੈ। ਇਸ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ। ਪਾਬੰਦੀਆਂ ਵੀ ਸਖਤ ਕੀਤੀਆਂ ਜਾ ਰਹੀਆਂ ਨੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ। ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲਾਂ ਨੂੰ ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਹੀ ਖੋਲਣ ਦੇ ਹੁਕਮ ਦਿੱਤੇ ਨੇ। ਹੁਣ ਪੂਰਾ ਦਿਨ ਸਕੂਲ ਨਹੀਂ ਖੁੱਲਣਗੇ ਤੇ ਇਹ ਹੁਕਮ ਜਿੰਨਾ ਚਿਰ ਜ਼ਿਲ੍ਹੇ ਦੇ ਵਿੱਚ ਕਰਫਿਊ ਲਾਗੂ ਰਹੇਗਾ ਉਦੋਂ ਤੱਕ ਜਾਰੀ ਰਹਿਣਗੇ। ਇਸ ਦੌਰਾਨ ਸਕੂਲਾਂ ਦੇ ਵਿੱਚ ਸਿਰਫ 50% ਦੀ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਨੂੰ ਹੀ ਬੁਲਾਇਆ ਜਾਵੇਗਾ। ਵਿਦਿਆਰਥੀਆਂ ਤੇ ਮਾਪਿਆਂ ਨੂੰ ਸਕੂਲ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਜੰਮੂ ਕਸ਼ਮੀਰ ਤੋਂ ਖਬਰ ਹੈ ਜਿੱਥੇ ਪਠਾਨਕੋਟ ਤੋਂ ਕਾਂਗੜਾ ਘਾਟੀ ਦੇ ਲਈ ਰੇਲ ਸੇਵਾ 17 ਮਈ ਤੱਕ ਰੱਦ ਕਰ ਦਿੱਤੀ ਹੈ ਤੇ ਸੋਮਵਾਰ ਤੋਂ ਇਸ ਰੂਟ ਦੀਆਂ ਸਾਰੀਆਂ ਟ੍ਰੇਨਾਂ ਨੂੰ 17 ਮਈ ਤੱਕ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। ਜੰਮੂ ਕਸ਼ਮੀਰ ਦੀਆਂ ਸਾਰੀਆਂ ਰੇਲ ਗੱਡੀਆਂ ਨੂੰ ਵੀ 11 ਤੋਂ 16 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ। ਪਠਾਨਕੋਟ ਜੋਗਿੰਦਰ ਨਗਰ ਮਾਰਗ ਤੇ ਕੁੱਲ 14 ਰੇਲ ਗੱਡੀਆਂ ਅਪ ਡਾਊਨ ਚੱਲਦੀਆਂ ਨੇ। ਪਿਛਲੇ ਸਾਲ ਮਾਰਚ ਦੇ ਵਿੱਚ ਯਾਨੀ ਕਿ 2020 ਦੇ ਵਿੱਚ ਸਾਰੀਆਂ ਰੇਲ ਗੱਡੀਆਂ ਕੋਰੋਨਾ ਕਾਰਨ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਅਪ੍ਰੈਲ 2021 ਦੇ ਵਿੱਚ ਇਸ ਰੇਲ ਮਾਰਗ ਤੇ 2 ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸੀ। ਪਰ ਕੋਰੋਨਾ ਦੀ ਦੂਸਰੀ ਲਹਿਰ ਤੋਂ ਬਾਅਦ ਹਿਮਾਚਲ ਸਰਕਾਰ ਨੇ 17 ਮਈ ਤੱਕ ਲੋਕਡਾਊਨ ਲਾ ਦਿੱਤਾ ਹੈ। ਇਸ ਦੇ ਮੱਦੇਨਜ਼ਰ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਨੇ ਐਤਵਾਰ ਰਾਤ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਤੇ ਇਹਨਾਂ ਰੇਲ ਗੱਡੀਆਂ ਨੂੰ ਬੰਦ ਕਰ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ 20 ਮਈ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਕਿਸਾਨਾਂ ਦੇ ਇੱਕ ਹੋਰ ਜਥੇ ਦੇ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਪੰਧੇਰ ਨੇ ਕਿਹਾ ਕਿ ਸਰਕਾਰ ਕੋਰੋਨਾ ਮਹਾਮਾਰੀ ਨੂੰ ਠੱਲਣ ਦੇ ਵਿੱਚ ਵੀ ਨਾਕਾਮਯਾਬ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਵਿੱਚ ਵੀ ਨਾਕਾਮਯਾਬ ਰਹੀ ਹੈ ਤੇ ਸਰਕਾਰ ਹੋਰ ਪਤਾ ਨਹੀਂ ਕਿੰਨੇ ਕੁ ਲੋਕ ਵਿਰੋਧੀ ਬਿੱਲ ਇਸ ਦਰਮਿਆਨ ਲੈ ਕੇ ਆਵੇਗੀ। ਸਰਕਾਰ ਕਾਨੂੰਨਾਂ ਨੂੰ ਛਿੱਕੇ ਤੇ ਟੰਗ ਕੇ ਕਿਸਾਨਾਂ ਕੋਲੋਂ ਜਬਰੀ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸਰਕਾਰ ਦੇ ਇਸ ਧੱਕੇ ਦੇ ਬਾਵਜੂਦ ਕਿਸਾਨਾਂ ਦੇ ਵਿੱਚ ਤੇ ਕਿਸਾਨਾਂ ਦੇ ਹਮਾਇਤੀਆਂ ਦੇ ਵਿੱਚ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਉਹਨਾਂ ਜਾਣਕਾਰੀ ਦਿੱਤੀ ਕਿ ਅੰਮ੍ਰਿਤਸਰ ਤੋਂ ਗੁਰਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਸਿੰਘੂ ਬਾਰਡਰ ਤੇ ਪਹੁੰਚੀ। ਗੁਰਵਿੰਦਰ ਸਿੰਘ ਮੋਰਚੇ ਦੇ 167ਵੇਂ ਦਿਨ 600 ਕਿਲੋਮੀਟਰ ਦੀ ਦੌੜ ਲਗਾ ਕੇ ਸਿੰਘੂ ਕੁੰਡਲੀ ਬਾਰਡਰ ਧਰਨੇ ਤੇ ਪਹੁੰਚਿਆ ਹੈ ਤੇ ਇਸ ਨੌਜਵਾਨ ਦਾ ਕਿਸਾਨ ਅੰਦੋਲਨ ਵਿੱਚ ਪਹੁੰਚਣ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਇੱਥੋਂ ਨਹੀਂ ਹਿੱਲਾਂਗੇ। ਨਵਜੋਤ ਸਿੰਘ ਸਿੱਧੂ ਬੇਅਦਬੀ ਮਸਲੇ ਨੂੰ ਲੈ ਕੇ ਕੈਪਟਨ ਦੇ ਦੁਆਲੇ ਲਗਾਤਾਰ ਹੋਏ ਪਏ ਨੇ। ਕਈ ਦਿਨਾਂ ਤੋਂ ਕੈਪਟਨ ਦੇ ਖਿਲਾਫ ਸਿੱਧੇ ਟਵੀਟ ਕੀਤੇ ਜਾ ਰਹੇ ਨੇ। ਹੁਣ ਇਸ ਮਾਮਲੇ ਨੂੰ ਲੈ ਕੇ ਸਿੱਧੂ ਨੇ ਨਿੱਜੀ ਚੈਨਲ ਦੀ ਇੱਕ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ਤੋਂ ਲੋਕਾਂ ਦੇ ਨਾਲ ਸਾਂਝਾ ਕਰਦਿਆਂ ਕੈਪਟਨ ਸਾਹਿਬ ਤੇ ਨਿਸ਼ਾਨਾ ਕੱਸਿਆ ਕਿ ਅਫਸੋਸ ਹੈ ਕਿ ਹਾਲੇ ਤੱਕ ਵੀ ਅਸੀਂ ਨਿਆਂ ਦੀ ਉਡੀਕ ਕਰ ਰਹੇ ਹਾਂ ਪਰ ਨਿਆਂ ਸਾਨੂੰ ਨਹੀਂ ਮਿਲਿਆ। 6 ਸਾਲ ਹੋ ਗਏ ਨੇ। ਸਿੱਧੂ ਨੇ ਇੱਕ ਵੀਡੀਓ ਪਾਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ 2018 ਦੇ ਵਿੱਚ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਪਿੰਡ ਪੰਜ ਗਰਾਈ ਖੁਰਦ ਵਿੱਚ ਉਹਨਾਂ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਂਡ ਤੇ ਪੁਲਿਸ ਨੇ ਇਹਨਾਂ ਦੋਵਾਂ ਭਰਾਵਾਂ ਤੇ ਤਸ਼ੱਦਦ ਢਾਇਆ ਸੀ। ਸਿੱਧੂ ਨੇ ਦੋਵਾਂ ਭਰਾਵਾਂ ਨਾਲ ਮਿਲ ਕੇ ਪੂਰੀ ਜਾਣਕਾਰੀ ਲਈ ਸੀ। ਬੇਅਦਬੀ ਦੀ ਘਟਨਾ ਤੋਂ ਬਾਅਦ ਦਰਅਸਲ ਪੁਲਿਸ ਨੇ ਦੋਵਾਂ ਭਰਾਵਾਂ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸੀ, ਉਹਨਾਂ ਤੇ ਤਸ਼ੱਦਦ ਢਾਇਆ ਸੀ। ਸਿੱਧੂ ਨੇ ਸਰਕਾਰ ਅਤੇ ਪੁਲਿਸ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਦੋਵਾਂ ਭਰਾਵਾਂ ਨੂੰ ਅਗਵਾ ਕੀਤਾ ਗਿਆ।
ਪੁਲਿਸ ਨੇ ਇਹਨਾਂ ਤੇ 3rd ਡਿਗਰੀ ਟਾਰਚਰ ਕੀਤਾ। ਇਹਨਾਂ ਨੂੰ ਪੁਲਿਸ ਨੇ 4 ਦਿਨ ਤੱਕ ਸੌਣ ਵੀ ਨਹੀਂ ਦਿੱਤਾ, ਮੂੰਹ ਤੇ ਪਾਣੀ ਪਾਉਂਦੇ ਰਹੇ। ਇਹ ਤਾਂ ਉਹੀ ਗੱਲ ਹੋਈ ਕਿ ਕਰੇ ਕੋਈ ਤੇ ਭਰੇ ਕੋਈ। ਇਨਸਾਫ ਨਹੀਂ ਹੋ ਰਿਹਾ, ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਰਹੀ, ਆਖਿਰਕਾਰ ਕਦੋਂ ਮਿਲੇਗੀ? ਸਿੱਧੂ ਇਹੀ ਸਵਾਲ ਵਾਰ-ਵਾਰ ਪੁੱਛ ਰਹੇ ਨੇ। ਪੰਜਾਬ ਕਾਂਗਰਸ ਦੇ ਵਿੱਚ ਜਿਹੜੀ ਬਗਾਵਤ ਦੀਆਂ ਸੁਰਾਂ ਉੱਠ ਰਹੀਆਂ ਨੇ ਉਹ ਹੁਣ ਫਿੱਕੀਆਂ ਪੈਂਦੀਆਂ ਨਜ਼ਰ ਨਹੀਂ ਆ ਰਹੀਆਂ, ਕਿਉਂਕਿ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਦਲਿਤ ਵਿਧਾਇਕਾਂ ਨੇ ਵੀ ਬੈਠਕ ਕੀਤੀ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਰੁਣਾ ਚੌਧਰੀ ਵੀ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਏ। ਮੀਟਿੰਗ ਦੇ ਵਿੱਚ ਰਾਜਕੁਮਾਰ ਵੇਰਕਾ ਵੀ ਸ਼ਾਮਿਲ ਸਨ। ਵੇਰਕਾ ਨੇ ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਕਿ ਇਹ ਕੋਈ ਬੈਠਕ ਕੈਪਟਨ ਦੇ ਵਿਰੋਧੀ ਸੁਰਾਂ ਦੇ ਵੱਲੋਂ ਕੀਤੀ ਗਈ ਹੈ। ਦੱਸਿਆ ਕਿ ਇਹ ਇੱਕ ਪਰਿਵਾਰਕ ਬੈਠਕ ਸੀ ਜਿਸ ਦੇ ਵਿੱਚ ਸਿਰਫ ਤੇ ਸਿਰਫ ਪਿਛੜੇ ਵਰਗਾਂ ਦੇ, ਪਿਛੜੀਆਂ ਜਾਤੀਆਂ ਦੇ ਮੁੱਦੇ ਵਿਚਾਰੇ ਗਏ ਨੇ। ਕਿਹੜੇ ਵਾਅਦੇ ਪੂਰੇ ਹੋ ਗਏ, ਕਿਹੜੇ ਵਾਅਦੇ ਰਹਿ ਗਏ, ਇਹਨਾਂ ਮੁੱਦਿਆਂ ਤੇ ਅਸੀਂ ਚਰਚਾ ਕੀਤੀ ਹੈ। ਜਿਹੜੇ ਵਾਅਦੇ ਰਹਿ ਗਏ ਉਹਨਾਂ ਨੂੰ ਜਲਦ ਪੂਰਾ ਕਰਾਂਗੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਵੇਰਕਾ ਨੇ ਕਿਹਾ ਕਿ ਅਸੀਂ ਤਾਂ ਇਹ ਮੀਟਿੰਗ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਮਾਂ ਲਿਆ ਹੈ। ਇਸ ਮੁੱਦੇ ਲਈ 32 ਵਿਧਾਇਕ ਹੁਣ ਕੈਪਟਨ ਨੂੰ ਮਿਲਣਗੇ। ਵੇਰਕਾ ਨੇ ਕਿਹਾ ਕਿ ਕਿਸੇ ਵੀ ਧੜੇ ਨੂੰ ਲੈ ਕੇ ਸਾਡੀ ਪਾਰਟੀ, ਸਾਡੀ ਮੀਟਿੰਗ ਦੇ ਵਿੱਚ ਕੋਈ ਚਰਚਾ ਨਹੀਂ ਹੋਈ ਹੈ। ਮੀਟਿੰਗ ਕਿਸੇ ਦੇ ਵਿਰੋਧ ਵਿੱਚ ਨਹੀਂ ਸੀ। ਉਧਰ ਸੀਨੀਅਰ ਕਾਂਗਰਸੀ ਲੀਡਰ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੇਅਦਬੀ ਦੇ ਮੁੱਦੇ ਤੇ ਆਪਣੀ ਹੀ ਸਰਕਾਰ ਦੀ ਨੀਤੀ ਅਤੇ ਨੀਅਤ ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਨੂੰ ਗਰੂਰ ਦੇ ਨਾਲ ਕੀਤੇ ਵਾਅਦੇ ਪੂਰੇ ਕਰਨੇ ਹੀ ਪੈਣਗੇ। ਬਾਜਵਾ ਨੇ ਪੰਜਾਬ ਦੇ 3 ਅਫਸਰਾਂ ਤੇ ਵੀ ਸਵਾਲ ਚੁੱਕੇ ਨੇ ਤੇ ਕਿਹਾ ਕਿ ਡੀਜੀਪੀ ਤੇ ਏਜੀ ਨੇ 4.5 ਸਾਲਾਂ ਦੇ ਵਿੱਚ ਆਖਿਰਕਾਰ ਕੀਤਾ ਕੀ। ਉਹਨਾਂ ਕਿਹਾ ਕਿ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਇੱਥੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਜ਼ਿਆਦਾ ਤਾਕਤ ਅਫਸਰਾਂ ਦੇ ਹੱਥ ਹੋਣ ਕਾਰਨ ਪੰਜਾਬ ਸਰਕਾਰ ਦਾ ਮਾੜਾ ਹਾਲ ਹੋਇਆ। ਸਰਕਾਰ ਜ਼ਿਆਦਾਤਰ ਇਨ੍ਹਾਂ ਅਫਸਰਾਂ ਦੇ ਹੱਥ ਵਿੱਚ ਖੇਡ ਰਹੀ ਹੈ ਤੇ ਇਨ੍ਹਾਂ ਅਫਸਰਾਂ ਦਾ ਪੰਜਾਬ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈ। ਮਹਿੰਗਾਈ ਦੀ ਗੱਲ ਕਰ ਲਈਏ ਤਾਂ ਪੈਟਰੋਲ ਤੇ ਡੀਜ਼ਲ ਦੇ ਭਾਅ ਲਗਾਤਾਰ ਵਧ ਰਹੇ ਨੇ। ਮੰਗਲਵਾਰ ਨੂੰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਿਸ ਕਾਰਨ ਮਹਾਰਾਸ਼ਟਰ ਦੇ ਨਾਂਦੇੜ ਤੋਂ ਲੈ ਕੇ ਮੱਧ ਪ੍ਰਦੇਸ਼ ਦੇ ਰੀਵਾ ਤੇ ਰਾਜਸਥਾਨ ਦੇ ਜੈਸਲਮੇਰ ਤੱਕ ਕਈ ਥਾਵਾਂ ਤੇ ਪੈਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਤਾਂ ਕਈ ਦਿਨ ਪਹਿਲਾਂ ਹੀ ਪਾਰ ਕਰ ਗਿਆ ਸੀ ਤੇ ਹੁਣ ਉਸ ਤੋਂ ਵੀ ਉੱਤੇ ਚਲਾ ਗਿਆ। ਨੋਟੀਫਿਕੇਸ਼ਨ ਦੇ ਮੁਤਾਬਿਕ ਪੈਟਰੋਲ ਦੇ ਵਿੱਚ 27 ਪੈਸੇ ਤੇ ਡੀਜ਼ਲ ਦੇ ਵਿੱਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ। ਦਿੱਲੀ ਵਿੱਚ ਹੁਣ ਪੈਟਰੋਲ 91 ਰੁਪਏ 80 ਪੈਸੇ ਤੇ ਡੀਜ਼ਲ 82 ਰੁਪਏ 36 ਪੈਸੇ ਪ੍ਰਤੀ ਲੀਟਰ ਹੋ ਚੁੱਕਿਆ। ਖਬਰ ਬੜੀ ਦਿਲਚਸਪ ਹੈ। ਕੀ ਤੁਸੀਂ ਕਦੇ ਵਿਦੇਸ਼ ਦੀ ਯਾਤਰਾ ਕੀਤੀ ਹੈ ਜਾਂ ਫਿਰ ਦੇਸ਼ ਦੇ ਵਿੱਚ ਹੀ ਕਿਤੇ ਹਵਾਈ ਜਹਾਜ਼ ਰਾਹੀਂ ਯਾਤਰਾ ਕੀਤੀ ਹੈ ਤੇ ਉਸ ਯਾਤਰਾ ਦੇ ਦੌਰਾਨ ਕੀ ਤੁਸੀਂ ਆਪਣੇ ਲੱਗੇਜ ਦੇ ਵਿੱਚ, ਆਪਣੇ ਬੈਗ ਦੇ ਵਿੱਚ ਗੋਹੇ ਦੀਆਂ ਪਾਥੀਆਂ ਲੈ ਕੇ ਗਏ ਹੋ? ਜੇ ਤੁਸੀਂ ਬਿਲਕੁਲ ਨਹੀਂ ਲੈ ਕੇ ਗਏ ਤਾਂ ਹੁਣ ਇਹ ਖਬਰ ਵੀ ਆਪਾਂ ਨੂੰ ਮਿਲ ਰਹੀ ਹੈ ਕਿ ਅਜਿਹਾ ਹੋਇਆ ਹੈ। ਦੁਨੀਆ ਤੇ ਅਜਿਹਾ ਹੋ ਚੁੱਕਿਆ ਹੈ ਤੇ ਉਹ ਵੀ ਇੱਕ ਭਾਰਤੀ ਵਿਅਕਤੀ ਦੇ ਵੱਲੋਂ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮਸ ਤੇ ਬਾਰਡਰ ਸਿਕਿਉਰਿਟੀ ਅਧਿਕਾਰੀਆਂ ਨੇ ਵਾਸ਼ਿੰਗਟਨ ਡੀਸੀ ਉਪਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭਾਰਤ ਤੋਂ ਪਰਤੇ ਇੱਕ ਵਿਅਕਤੀ ਦੇ ਸਮਾਨ ਵਿੱਚੋਂ 2 ਪਾਥੀਆਂ ਬਰਾਮਦ ਕੀਤੀਆਂ ਨੇ। ਜਿਸ ਬੈਗ ਦੇ ਵਿੱਚ ਭਾਰਤੀ ਯਾਤਰੀ ਪਾਥੀਆਂ ਲੈ ਕੇ ਗਿਆ ਸੀ ਉਸ ਨੂੰ ਉਹ ਹਵਾਈ ਅੱਡੇ ਦੇ ਉੱਤੇ ਹੀ ਛੱਡ ਗਿਆ, ਕਿਉਂਕਿ ਕਸਟਮ ਇਹਨਾਂ ਪਾਥੀਆਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇ ਸਕਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਪਾਥੀਆਂ ਲਿਜਾਣ ਤੇ ਪਾਬੰਦੀ ਹੈ, ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹਦੇ ਨਾਲ ਮੂੰਹ ਖੁਰ ਦੀ ਬਿਮਾਰੀ ਫੈਲਦੀ ਹੈ ਤੇ ਇਹਨਾਂ ਪਾਥੀਆਂ ਨੂੰ 에ਅਰਪੋਰਟ ਦੇ ਉੱਤੇ ਹੀ ਬਰਬਾਦ ਕਰ ਦਿੱਤਾ ਗਿਆ। ਤੇ ਇਸ ਘਟਨਾ ਤੋਂ ਬਾਅਦ 에ਅਰਪੋਰਟ ਦੇ ਵਿਭਾਗ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਗਿਆ, ਦੱਸਿਆ ਗਿਆ ਕਿ ਇਹ ਬਿਲਕੁਲ ਗਲਤ ਖਬਰ ਨਹੀਂ ਹੈ, ਬਿਲਕੁਲ ਸੱਚੀ ਖਬਰ ਹੈ ਕਿ ਸੀਬੀਪੀ ਖੇਤੀ ਵਿਗਿਆਨੀਆਂ ਨੂੰ ਇੱਕ ਸੂਟਕੇਸ ਦੇ ਵਿੱਚੋਂ 2 ਪਾਥੀਆਂ ਬਰਾਮਦ ਹੋਈਆਂ ਨੇ ਜਿਹੜੀਆਂ ਕਿ ਭਾਰਤ ਤੋਂ ਆਈਆਂ ਸੀ। ਇਹ ਸੂਟਕੇਸ 4 ਅਪ੍ਰੈਲ ਨੂੰ 에ਅਰ ਇੰਡੀਆ ਦੇ ਜਹਾਜ਼ ਰਾਹੀਂ ਪਰਤੇ ਇੱਕ ਯਾਤਰੀ ਦਾ ਹੈ। ਇਹ ਯਾਤਰੀ ਪਾਥੀਆਂ ਅਮਰੀਕਾ ਦੇ ਵਿੱਚ ਆਪਣੇ ਘਰ ਲਿਜਾਣਾ ਚਾਹੁੰਦਾ ਸੀ, ਪਰ 에ਅਰਪੋਰਟ ਦੇ ਅਧਿਕਾਰੀਆਂ ਨੇ ਇਸ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੋ ਹੁਣ ਇਹ ਖਬਰ ਸੁਣ ਕੇ ਤੁਸੀਂ ਸੋਚ ਸਕਦੇ ਹੋ ਕਿ ਇਸ ਵਿਅਕਤੀ ਨੇ ਅਜਿਹਾ ਕਿਉਂ ਕੀਤਾ ਹੋਵੇਗਾ। ਭਾਰਤ ਤੋਂ ਅਮਰੀਕਾ ਦੇ ਵਿੱਚ ਪਾਥੀਆਂ ਲਿਜਾਣ ਦੀ ਆਖਿਰਕਾਰ ਕੀ ਲੋੜ ਪੈ ਗਈ ਹੈ? ਇਸ ਨੂੰ ਕਈ ਤਰੀਕਿਆਂ ਤੋਂ ਦੇਖਿਆ ਜਾ ਰਿਹਾ ਹੈ, ਕਈ ਤਰੀਕਿਆਂ ਤੋਂ ਮੰਨਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਇਹ ਵਿਅਕਤੀ ਕਿਸੇ ਵਹਿਮ ਭਰਮ ਕਰਕੇ ਪਾਥੀਆਂ ਲੈ ਕੇ ਗਿਆ ਹੋਵੇ, ਗੋਹਾ ਲੈ ਕੇ ਗਿਆ ਹੋਵੇ, ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਗਊ ਮੂਤਰ ਤੇ ਕਈ ਥਾਵਾਂ ਤੇ ਗਊ ਦੇ ਗੋਹੇ ਨੂੰ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਗੋਹੇ ਦੀਆਂ ਪਾਥੀਆਂ ਨੇ ਜਿਹੜੀਆਂ ਆਨਲਾਈਨ ਸਾਈਟਾਂ ਤੇ ਵੀ ਪਿਛਲੇ ਸਮੇਂ ਦੇ ਵਿੱਚ ਵਿਕਣੀਆਂ ਸ਼ੁਰੂ ਹੋ ਗਈਆਂ ਸੀ ਤੇ ਪਾਥੀਆਂ ਵਿਕਣ ਤੋਂ ਬਾਅਦ ਕਈ ਲੋਕਾਂ ਦਾ ਧੰਦਾ ਹੈਗਾ ਜਿਹੜਾ ਗੋਹਾ ਵੇਚਣ ਦਾ ਬੜਾ ਹੀ ਵੱਡੇ ਪੱਧਰ ਤੇ ਚੱਲਿਆ ਸੀ। ਹੋ ਸਕਦਾ ਹੈ ਕਿ ਇਹ ਵਿਅਕਤੀ ਉਸ ਤਹਿਤ ਪਾਥੀਆਂ ਲੈ ਕੇ ਗਿਆ ਹੋਵੇ, ਪਰ ਉਸ ਵਿਅਕਤੀ ਦੀ ਜਿਹੜੀ ਮਨੋਕਾਮਨਾ ਹੈ ਅੱਧੀ ਅਧੂਰੀ ਜ਼ਰੂਰ ਰਹਿ ਗਈ ਹੈ, ਕਿਉਂਕਿ 에ਅਰਪੋਰਟ ਤੋਂ ਅੱਗੇ ਪਾਥੀਆਂ ਲਿਜਾਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਧੰਨਵਾਦ।